ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰਾ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਤੇ ਆਵੋ ਹਿਰਦੈ ਤੇ ਆਵੋ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਿਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਾਰੋ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਜਿਸ ਮਨ ਅੰਮ੍ਰਿਤ ਗਿਆਨ ਹੈ ਨਾਨਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਦਦ ਬੰਦਾ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਜ ਵਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਰਹਿਮਤਾਂ ਦੇ ਸਾਗਰ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਦੇ ਉੱਪਰ ਆਪਣੇ ਸਮੇਂ ਸਵਾਸਾਂ ਨੂੰ ਸਫਲਾ ਕਰ ਰਹੀ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਰਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸ ਰਹੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਲੜੀਵਾਰ ਗੁਰ ਇਤਿਹਾਸ ਕਥਾ ਵਿਚਾਰਾਂ ਦਾ ਸਮਾਂ ਹੋਇਆ ਹੈ। ਆਓ ਮਾਨ ਚਿੱਤ ਬਿਰਤੀਆਂ ਇਕਾਗਰ ਕਰੀਏ ਸ਼ਰਧਾ ਭਾਵਨਾ ਦੇ ਨਾਲ ਜੋ ਆਉਣ ਵਾਲਾ ਗੁਰ ਇਤਿਹਾਸ ਹੈ ਉਹਦੀਆਂ ਵਿਚਾਰਾਂ ਪਾਉਣ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਅਤੇ ਦੁਹਰਾਈਏ ਆਈਏ ਆਗਿਆ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਸਮੇਂ ਕਵੀ ਭਾਈ ਸੰਤੋਖ ਸਿੰਘ ਜੀਆਂ ਨੇ ਇਹ ਕਥਾ ਦੇ ਗ੍ਰੰਥ ਸੰਪੂਰਨ ਕੀਤੇ ਨੇ
ਕੈਂਥਲ ਦੀ ਧਰਤੀ ਹੈ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦਾ ਪਾਵਨ ਅਸਥਾਨ ਹੈ। ਉੱਥੇ ਜਾ ਕੇ ਜਦੋਂ ਸੰਗਤਾਂ ਦੇ ਵਿੱਚ ਕਵੀ ਸੰਤੋਖ ਸਿੰਘ ਜੀਆਂ ਨੇ ਇਹ ਕਥਾ ਪ੍ਰਸਾਰਨੀ ਸ਼ੁਰੂ ਕੀਤੀ ਹੈ। ਉੱਥੋਂ ਦੀਆਂ ਜੋ ਸੰਗਤਾਂ ਸਨ ਉਹ ਪਹਿਲਾਂ ਭਾਈ ਹੰਧਾਲੀਏ ਵਾਲੀ ਕਥਾ ਸੁਣ ਚੁੱਕੀਆਂ ਸਨ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਮਿਲਾਵਟ ਕੀਤੀ ਸੀ, ਆਪਣੇ ਪੂਰਵਜਾਂ ਦਾਦਿਆਂ ਪੜਦਾਦਿਆਂ ਦੀ ਉਸਤਤੀ ਕੀਤੀ ਸੀ ਕਿ ਆਉਣ ਵਾਲੇ ਜਿਹੜੇ ਗੁਰਸਿੱਖਾਂ ਦੀਆਂ ਪੀੜ੍ਹੀਆਂ ਹੋਣਗੀਆਂ ਉਹ ਗੁਰੂ ਨਾਨਕ ਨੂੰ ਛੱਡ ਕੇ ਸਾਡੇ ਦਾਦਿਆਂ ਪੜਦਾਦਿਆਂ ਦੀ ਪੂਜਾ ਕਰਨਗੀਆਂ। ਜਦੋਂ ਕਵੀ ਜੀ ਹੁਣਾਂ ਨੇ ਜਾ ਕੇ ਕਥਾ ਆਰੰਭ ਕੀਤੀ ਹੈ ਤੇ ਸੰਗਤਾਂ ਨੇ ਸ਼ੰਕਾ ਕੀਤਾ ਹੈ ਕਿ ਕਵੀ ਜੀ ਸਾਨੂੰ ਦੱਸਣਾ ਕਰੋ, ਆਪ ਜੀ ਕਥਾ ਹੋਰ ਤਰ੍ਹਾਂ ਪ੍ਰਸਾਰ ਰਹੇ ਹੋ, ਹੋਰ ਤਰ੍ਹਾਂ ਸੁਣਾ ਰਹੇ ਹੋ। ਪਰ ਜੋ ਅਸੀਂ ਪਹਿਲਾਂ ਕਥਾ ਸੁਣੀ ਹੈ ਭਾਈ ਹੰਧਾਲੀਆ ਭਾਈ ਨਿਰੰਜਨੀ ਜੀ ਕੋਲੋਂ, ਉਹ ਕਥਾ ਤਾਂ ਕੁਝ ਹੋਰ ਤਰ੍ਹਾਂ ਦੀ ਸੀ। ਸਾਡਾ ਇਹ ਸ਼ੰਕਾ ਨਿਵਰਤ ਕਰੋ। ਕਵੀ ਜੀ ਹੁਣਾਂ ਨੇ ਉੱਥੇ ਬਹੁਤੀਆਂ ਵਿਚਾਰਾਂ ਉਹਨਾਂ ਦੇ ਨਾਲ ਕੀਤੀਆਂ ਨੇ, ਉਹਨਾਂ ਦੇ ਸ਼ੰਕੇ ਦੂਰ ਕੀਤੇ ਨੇ। ਕਵੀ ਜੀ ਨੇ ਦੱਸਿਆ ਹੈ ਕਿ ਭਾਈ ਜਿਹੜੇ ਪੂਰੇ ਗੁਰੂ ਦੇ ਸਿੱਖ ਨੇ, ਸ਼ਰਧਾ ਭਾਵਨਾ ਵਾਲੇ ਨੇ, ਉਹ ਗੁਰੂ ਦੇ ਉੱਪਰ ਪੂਰਨ ਭਰੋਸਾ ਰੱਖਦੇ ਨੇ, ਉਹਨਾਂ ਦਾ ਜੀਵਨ ਦੁੱਧ ਵਰਗਾ ਹੈ ਤੇ ਉਹ ਸ਼ਰਧਾ ਭਾਵਨਾ ਰੂਪੀ ਮਿੱਠਾ ਪਾ ਕੇ ਐਸਾ ਅੰਮ੍ਰਿਤ ਰੂਪੀ ਦੁੱਧ ਛਕਦੇ ਨੇ ਸਤ ਸੰਗਤ ਦੇ ਵਿੱਚ ਆ ਕੇ। ਪਰ ਜਿਹੜੇ ਲੋਕ ਸ਼ੰਕਾ ਕਰਦੇ ਨੇ ਗੁਰਬਾਣੀ ਗੁਰ ਇਤਿਹਾਸ ਦੇ ਉੱਪਰ, ਉਹਨਾਂ ਦਾ ਜੀਵਨ ਇੱਕ ਮੱਖੀ ਵਰਗਾ ਹੈ। ਜਿਵੇਂ ਦੁੱਧ ਦੇ ਵਿੱਚ ਮੱਖੀ ਪੈ ਜਾਵੇ ਤੇ ਜਿਹੜੇ ਸਿਆਣੇ ਪੁਰਸ਼ ਨੇ ਨਾ, ਉਹ ਵਿਚਾਰਧਾਰਾ ਦੇ ਨਾਲ ਮੱਖੀ ਨੂੰ ਬਾਹਰ ਕੱਢ ਦਿੰਦੇ ਨੇ ਤੇ ਲੋੜ ਅਨੁਸਾਰ ਮਿੱਠਾ ਪਾ ਕੇ ਦੁੱਧ ਨੂੰ ਛਕਦੇ ਨੇ, ਆਨੰਦ ਮਾਣਦੇ ਨੇ। ਪਰ ਕੁਝ ਲੋਕ ਐਸੇ ਵੀ ਸੰਸਾਰ ਵਿੱਚ ਕਵੀ ਜੀ ਕਹਿੰਦੇ ਹੁੰਦੇ ਨੇ ਜਿਹੜੇ ਮੱਖੀ ਵੇਖਦਿਆਂ ਹੋਇਆਂ ਵੀ ਛਕ ਜਾਂਦੇ ਨੇ, ਫਿਰ ਉਹਨਾਂ ਦਾ ਹਾਜ਼ਮਾ ਖਰਾਬ ਹੁੰਦਾ ਹੈ, ਪੇਟ ਖਰਾਬ ਹੁੰਦਾ ਹੈ ਤੇ ਨਿੰਦਿਆ ਰੂਪੀ ਉਹਨਾਂ ਨੂੰ ਉਲਟੀਆਂ ਲੱਗਦੀਆਂ ਨੇ। ਗੁਰੂ ਦੀ ਗੁਰ ਇਤਿਹਾਸ ਦੀ ਉਹ ਨਿੰਦਿਆ ਕਰਦੇ ਨੇ। ਜਿਹੜੇ ਸਤਸੰਗੀ ਲੋਕ ਨੇ, ਸ਼ਰਧਾ ਭਾਵਨਾ ਵਾਲੇ ਨੇ, ਕਵੀ ਜੀ ਕਹਿੰਦੇ ਉਹਨਾਂ ਦਾ ਜੀਵਨ ਇੱਕ ਕਮਲ ਦੇ ਫੁੱਲ ਵਰਗਾ ਹੈ, ਜੋ ਕਮਲ ਦਾ ਫੁੱਲ ਸੂਰਜ ਨੂੰ ਵੇਖ ਕੇ ਖਿੜ ਜਾਂਦਾ ਹੈ। ਤੇ ਜਿਹੜੇ ਨਿੰਦਿਆ ਕਰਨ ਵਾਲੇ, ਸ਼ੰਕਾ ਕਰਨ ਵਾਲੇ ਲੋਕ ਨੇ, ਕਵੀ ਜੀ ਕਹਿੰਦੇ ਉਹਨਾਂ ਦਾ ਜੀਵਨ ਭਾਈ ਉੱਲੂਆਂ ਵਰਗਾ ਹੈ। ਸੂਰਜ ਚੜਿਆ ਵੇਖ ਕੇ ਉੱਲੂ ਘਬਰਾਵੇ, ਕਹਿੰਦੇ ਉੱਲੂ ਨੂੰ ਘਬਰਾਹਟ ਹੁੰਦੀ ਹੈ ਸੂਰਜ ਨੂੰ ਚੜਿਆ ਵੇਖ ਕੇ। ਇਸੇ ਤਰ੍ਹਾਂ ਗੁਰੂ ਦੀ ਉਸਤਤੀ ਵੇਖ ਕਰਕੇ, ਗੁਰੂ ਦੀ ਮਹਿਮਾ ਵੇਖ ਕਰਕੇ ਉਹਨਾਂ ਉੱਲੂਆਂ ਰੂਪੀ ਲੋਕਾਂ ਨੂੰ ਘਬਰਾਹਟ ਹੁੰਦੀ ਹੈ ਤੇ ਸੂਰਜ ਨੂੰ ਮੰਨਦੇ ਹੀ ਨਹੀਂ ਕਿ ਸੂਰਜ ਚੜਿਆ ਹੀ ਨਹੀਂ। ਕਵੀ ਜੀ ਕਹਿੰਦੇ ਜੇਕਰ ਹਜ਼ਾਰਾਂ ਉੱਲੂ ਇਕੱਠੇ ਹੋ ਕਰਕੇ ਰੌਲਾ ਪਾ ਦੇਣ ਕਿ ਸੂਰਜ ਹੈ ਹੀ ਨਹੀਂ, ਜਾਂ ਆਪਣੀਆਂ ਅੱਖਾਂ ਬੰਦ ਕਰਕੇ ਇਹ ਕਹਿ ਦੇਣ ਕਿ ਸੂਰਜ ਚੜਿਆ ਹੀ ਨਹੀਂ, ਤੇ ਇਹ ਹੋ ਤਾਂ ਨਹੀਂ ਸਕਦਾ। ਉਹਨਾਂ ਦੇ ਕਹਿਣ ਦੇ ਨਾਲ ਕਦੇ ਸੂਰਜ ਚੜ੍ਹਨੋਂ ਰੁਕਿਆ ਨਹੀਂ, ਸੂਰਜ ਭੁੱਲਿਆ ਨਹੀਂ। ਤੇ ਜਦੋਂ ਗਿਆਨ ਰੂਪੀ ਸੂਰਜ ਚੜ੍ਹਦਾ ਹੈ ਤੇ ਜਿਹੜੇ ਸ਼ਰਧਾ ਭਾਵਨਾ ਵਾਲੇ ਗੁਰਸਿੱਖ ਨੇ, ਜਿਨ੍ਹਾਂ ਦੇ ਹਿਰਦੇ ਕਮਲਾਂ ਦੇ ਫੁੱਲ ਵਰਗੇ ਨੇ, ਉਹ ਖਿੜ ਉੱਠਦੇ ਨੇ ਤੇ ਜਿਨ੍ਹਾਂ ਦੇ ਹਿਰਦੇ ਕੁਮੁੰਦਨੀਆਂ ਦੇ ਫੁੱਲ ਵਰਗੇ ਨੇ, ਉਹ ਸੂਰਜ ਨੂੰ ਵੇਖ ਕੇ ਮੁਰਝਾ ਜਾਂਦੇ ਨੇ। ਇਸੇ ਪ੍ਰਕਾਰ ਕਵੀ ਜੀ ਹੁਣਾਂ ਨੇ ਸਮਝਾਉਂਦਿਆਂ ਸੰਗਤਾਂ ਦੇ ਵਿੱਚ ਦੱਸਿਆ ਹੈ ਕਿ ਸ਼ਰਧਾ ਭਾਵਨਾ ਵਾਲੇ ਜਿਹੜੇ ਗੁਰਸਿੱਖ ਨੇ ਨਾ, ਉਹ ਜਾਣਦੇ ਨੇ ਕਿ ਸਤਿਗੁਰਾਂ ਦੀ ਜੋ ਮਹਿਮਾ ਹੈ, ਇਹ ਭਾਵੇਂ 84 ਸਿੱਧ ਹੋਏ ਨੇ, 9 ਨਾਥ ਹੋਏ ਨੇ, 6 ਜਤੀ ਹੋਏ ਨੇ, 33 ਕਰੋੜ ਦੇਵੀ ਦੇਵਤਾ ਹੋਇਆ ਹੈ, ਪੀਰ ਪੈਗੰਬਰ ਹੋਏ ਨੇ, ਸਾਰੇ ਜਾਣਦੇ ਨੇ ਕਿ ਸੰਸਾਰ ਦੇ ਵਿੱਚ ਗੁਰੂ ਨਾਨਕ ਵਰਗਾ ਕੋਈ ਵੀ ਨਹੀਂ। ਗੁਰੂ ਨਾਨਕ ਦੀ ਜੇਕਰ ਕਵੀ ਜੀ ਕਹਿੰਦੇ ਵਡਿਆਈ ਕਰਨੀ ਹੋਵੇ ਤੇ ਕਿਸੇ ਹੋਰ ਚੀਜ਼ ਦਾ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ ਕਿ ਗੁਰੂ ਨਾਨਕ ਇਸ ਚੀਜ਼ ਵਰਗਾ ਹੈ। ਗੁਰੂ ਨਾਨਕ ਦੀ ਸੋਭਾ, ਗੁਰੂ ਨਾਨਕ ਦੀ ਵਡਿਆਈ ਗੁਰੂ ਨਾਨਕ ਵਰਗੀ ਹੀ ਹੈ। ਇਸ ਪ੍ਰਕਾਰ ਕੱਲ ਦੀਆਂ ਕਥਾ ਵਿਚਾਰਾਂ ਆਈਆਂ ਸਨ। ਆਉਣ ਵਾਲਾ ਜੋ ਗੁਰ ਇਤਿਹਾਸ ਹੈ, ਜਿਸ ਦੇ ਵਿੱਚ ਕਵੀ ਜੀ ਉਹਨਾਂ ਸ਼ਹਿਰਾਂ ਦਾ ਵਰਣਨ, ਉਹਨਾਂ ਦੇਸ਼ਾਂ ਦਾ ਵਰਣਨ ਕਰਨਗੇ,
ਕਿ ਕਿੱਥੇ ਕਿੱਥੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ, ਬੰਦੇ ਨੂੰ ਬੰਦਾ ਬਣਾਉਣ ਵਾਸਤੇ, ਮਹਾਰਾਜ ਗੁਰ ਸਿੱਖਿਆ ਦੇਣ ਵਾਸਤੇ ਗਏ ਨੇ। ਉਹਨਾਂ ਥਾਵਾਂ ਦਾ ਹੁਣ ਕਵੀ ਜੀ ਵਰਣਨ ਕਰਨਗੇ। ਆਓ ਸ਼ਰਧਾ ਭਾਵਨਾ ਦੇ ਨਾਲ ਆਉਣ ਵਾਲਾ ਜੋ ਗੁਰ ਇਤਿਹਾਸ ਹੈ ਉਸ ਨੂੰ ਸ਼ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਬੈਤ ਖੁਰਾਸਾਨ ਕਾਬਲ ਕੰਧਾਰ, ਮੈਂ ਕੇਵੜਾ ਸੀ। ਕਵੀ ਜੀ ਕਹਿੰਦੇ ਚਿੱਟੇ ਸਫੇਦ ਕੇਵੜੇ ਵਰਗੀ ਸੋਭਾ ਹੈ ਨਾ ਜੋ ਸਤਿਗੁਰਾਂ ਦੀ, ਉਹ ਕਾਬਲ ਕੰਧਾਰ ਹੈ। ਤੇ ਸਲਾਮੀਆਂ ਦੇ ਇਹ ਸੁੰਦਰ ਦੇਸ਼ ਨੇ ਕਾਬਲ ਕੰਧਾਰ ਮੁਸਲਮਾਨਾਂ ਦੇ। ਕਹਿੰਦੇ ਕਾਬਲ ਕੰਧਾਰ ਦੇ ਇਲਾਕੇ ਵਿੱਚ ਸਤਿਗੁਰਾਂ ਦੀ ਸੋਭਾ ਸੁੰਦਰ ਸਫੇਦ ਚਿੱਟੇ ਕੇਵੜੇ ਵਰਗੀ ਹੈ। ਮਦ ਮੁਲਤਾਨ ਕੇ ਮਾਲਤੀ ਸੀ ਫੂਲੀਆ। ਤੇ ਜੋ ਮੁਲਤਾਨ ਦਾ ਇਲਾਕਾ ਹੈ ਇੱਥੇ ਵੀ ਮਹਾਰਾਜ ਗਏ ਨੇ। ਇੱਥੇ ਸਤਿਗੁਰਾਂ ਦੀ ਜੋ ਸੋਭਾ ਹੈ, ਜੋ ਵਡਿਆਈ ਹੈ, ਉਹ ਲੋਕ ਮਾਲ ਕੇਤਕੀ ਦਾ ਜੋ ਸਫੇਦ ਚਿੱਟਾ ਫੁੱਲ ਹੁੰਦਾ ਹੈ, ਬੜੀ ਸੁੰਦਰ ਖੁਸ਼ਬੂ ਹੁੰਦੀ ਹੈ। ਮਾਲ ਕੇਤਕੀ ਦੇ ਫੁੱਲ ਵਾਂਗੂ ਮੁਲਤਾਨ ਦੇ ਇਲਾਕੇ ਵਿੱਚ ਸਤਿਗੁਰਾਂ ਦੀ ਸੋਭਾ ਹੈ। ਮੱਕੇ ਮੈਂ ਮੰਦਾਰ ਸੀ, ਮਦੀਨੇ ਹੈ ਮੈਂ ਅੰਗ ਸਮ। ਤੇ ਜੋ ਮੱਕੇ ਦਾ ਇਲਾਕਾ ਹੈ, ਜੋ ਮੁਸਲਮਾਨ ਵੀਰਾਂ ਦਾ ਬੜਾ ਪਵਿੱਤਰ ਇਲਾਕਾ ਮੰਨਿਆ ਗਿਆ ਹੈ ਮੱਕੇ ਦਾ, ਜਿਹਨੂੰ ਸਾਊਦੀ ਅਰਬ ਕਹਿੰਦੇ ਨੇ। ਸਾਊਦੀ ਅਰਬ ਵੀ ਸਤਿਗੁਰੂ ਜੀ ਗਏ ਨੇ। ਮੱਕੇ ਦੇ ਵਿੱਚ ਸਤਿਗੁਰਾਂ ਦੀ ਸੋਭਾ ਕਲਪ ਬ੍ਰਿਸ਼ ਵਰਗੀ ਹੈ ਜੋ ਸਵਰਗਾਂ ਦਾ ਰੁੱਖ ਹੈ। ਮਦੀਨੇ ਮੈਂ ਅੰਕ ਸੀ ਤੇ ਮੱਕੇ ਤੋਂ ਥੋੜੀ ਦੂਰੀ ਦੇ ਉੱਪਰ ਮਦੀਨਾ ਵਸਿਆ ਹੋਇਆ ਹੈ। ਮੱਕਾ ਤੇ ਮਦੀਨਾ ਦੋਨੇ ਵੱਖੋ ਵੱਖਰੇ ਨੇ। ਮਦੀਨੇ ਇਲਾਕੇ ਵਿੱਚ ਸਤਿਗੁਰਾਂ ਦੀ ਸੋਭਾ ਚੰਦਰਮੇ ਦੀ ਚਾਂਦਨੀ ਵਾਂਗ ਸ਼ਾਹੀ ਹੈ। ਕੰਬ ਜੈਸੀ ਕਾਸ਼ਮੀਰ ਭਲੀ ਭਾਂਤ ਝੂਲੀਆ। ਕੰਬ ਕਹਿੰਦੇ ਨੇ ਸੰਖ ਨੂੰ, ਸੰਖ ਦੀਆਂ ਮਿੱਠੀਆਂ ਧੁਨਾਂ ਵਾਂਗ। ਸੰਖ ਦਾ ਸੁੰਦਰ ਜੋ ਚਿੱਟਾ ਰੰਗ ਹੁੰਦਾ ਹੈ ਉਹਦੇ ਵਾਂਗ ਕਸ਼ਮੀਰ ਦੇ ਇਲਾਕੇ ਵਿੱਚ ਸਤਿਗੁਰਾਂ ਦੀ ਸੋਭਾ ਸੋਭ ਰਹੀ ਹੈ, ਝੂਲ ਰਹੀ ਹੈ। ਭਾਰਤ ਸੀ ਬਗਦਾਦ, ਨਾਰਦ ਸੀ ਭਖਰਾਦ। ਭਾਰਤ ਸੀ ਬਗਦਾਦ, ਬਗਦਾਦ ਦੇ ਇਲਾਕੇ ਵਿੱਚ ਜਿੱਥੇ ਜਾ ਕਰਕੇ ਸਤਿਗੁਰਾਂ ਨੇ ਪੀਰ ਦੇ ਨਾਲ ਬਚਨ ਵਿਲਾਸ ਕੀਤੇ ਨੇ ਤੇ ਉਹਦੇ ਪੁੱਤਰ ਨੂੰ ਖੰਡਾਂ ਬ੍ਰਹਮੰਡਾਂ ਦੇ ਦਰਸ਼ਨ ਕਰਾਏ ਨੇ ਮਹਾਰਾਜ ਨੇ। ਬਗਦਾਦ ਦੇ ਵਿੱਚ ਸਤਿਗੁਰਾਂ ਦੀ ਸੋਭਾ ਪਾਰੇ ਵਰਗੀ ਆ। ਨਾਰਦ ਸੀ ਭਖਰਾਦ ਤੇ ਸਕਰਾਤ, ਇਹ ਦੋਨੇ ਇੱਕ ਦੂਜੇ ਦੇ ਨੇੜਲੇ ਸ਼ਹਿਰ ਨੇ। ਸਕਰਾਤ ਦੇ ਅੰਦਰ ਸਤਿਗੁਰਾਂ ਦੀ ਸੋਭਾ ਹੈ ਜੋ ਉਹ ਨਾਰਦ ਵਰਗੀ ਹੈ, ਚਿੱਟੇ ਨਾਰਦ ਮੁਨੀ ਵਰਗੀ। ਭਖਰਾਦ ਦੇ ਇਲਾਕੇ ਵਿੱਚ ਸਤਿਗੁਰਾਂ ਦੀ ਸੋਭਾ ਗੰਗਾ ਕੈਸੀ ਧਾਰ ਪਾਈ, ਗੰਗ ਹੋ ਕੇ ਕੂਲੀਆ। ਗੰਗਾ ਦੇ ਕਿਨਾਰੇ ਸਤਿਗੁਰਾਂ ਦੀ ਜਿਹੜੀ ਸੋਭਾ ਹੈ, ਭਖਰਾਦ ਦੇ ਅੰਦਰ ਜਿਹੜੀ ਸੋਭਾ ਹੈ ਉਹ ਗੰਗਾ ਦੇ ਕਿਨਾਰਿਆਂ ਵਰਗੀ ਹੈ, ਜਿੱਥੇ ਉਜਲ ਜਲ ਵਹਿੰਦਾ ਹੈ, ਪਵਿੱਤਰ ਜਲ ਵਹਿੰਦਾ ਹੈ। ਹਿੰਦੂ ਧਰਮ ਦੇ ਲੋਕ ਇਸ਼ਨਾਨ ਪਾਨ ਕਰਕੇ ਆਪਣੇ ਆਪ ਨੂੰ ਪਵਿੱਤਰ ਸਮਝਦੇ ਨੇ। ਐਸੀ ਜੋ ਪਵਿੱਤਰ ਗੰਗਾ ਹੈ ਤੇ ਉਹ ਗੰਗਾ ਦੇ ਕਿਨਾਰਿਆਂ ਵਰਗੀ ਮਹਾਰਾਜ ਦੀ ਸੋਭਾ ਭਖਰਾਦ ਅੰਦਰ ਹੈ। ਚੌਰ ਜੈਸੀ ਚਾਰੋ ਦਿਸ ਸੋ ਹੈ ਸਭ ਸੀਸ ਪਰ। ਕਵੀ ਜੀ ਕਹਿੰਦੇ ਦਰਅਸਲ ਚਾਰਾਂ ਦਿਸ਼ਾਵਾਂ ਦੇ ਅੰਦਰ ਜਿਵੇਂ ਚੌਰ ਕਿਸੇ ਰਾਜੇ ਦੇ ਸਿਰ ਉੱਪਰ ਝੁੱਲਦਾ ਹੋਵੇ, ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਇੱਕ ਹੱਥ ਦੇ ਉੱਪਰ ਚੌਰ ਦੀ ਨਿਸ਼ਾਨੀ, ਦੂਜੇ ਹੱਥ ਦੇ ਉੱਪਰ ਛਤਰ ਦੀ ਨਿਸ਼ਾਨੀ ਹੈ। ਜਬਰਾਂ ਛਤਰਾਂ ਦੇ ਤਖਤਾਂ ਦੇ ਮਾਲਕ ਨੇ ਮਹਾਰਾਜ ਤੇ ਚੌਰ ਵਾਂਗ ਸੋਭਾ ਸਤਿਗੁਰਾਂ ਦੀ ਚਾਰੀ ਦਿਸ਼ਾਵਾਂ ਵਿੱਚ ਹੋ ਰਹੀ ਹੈ। ਸਾਤ ਦੀਪ ਮਦ ਮੈਂ ਮਰਾਲ ਪਾਤ ਭੁੱਲੀਆ। ਇਹ ਜਿਹੜੇ ਸੱਤ ਸਮੁੰਦਰ ਮੰਨੇ ਗਏ ਨੇ, ਸੱਤ ਦੀਪ ਮੰਨੇ ਗਏ ਨੇ, ਸੱਤਾਂ ਸਮੁੰਦਰਾਂ ਦੇ ਅੰਦਰ ਮਹਾਰਾਜ ਦੀ ਸੋਭਾ ਹੈ। ਮਰਾਲ ਹੰਸਾਂ ਵਰਗੀ ਹੈ। ਹੰਸ ਤੇ ਬਗਲਾ ਵੇਖਣ ਨੂੰ ਇੱਕੋ ਜਿਹਾ ਲੱਗਦੇ ਨੇ, ਪਰ ਸੰਗਤ ਜੀ ਜਿਹੜੇ ਹੰਸ ਹੁੰਦੇ ਨੇ ਨਾ ਉਹ ਮੋਤੇ ਹੀਰੀ ਚੁਗਦੇ ਨੇ, ਤੇ ਜਿਹੜੇ ਬਗਲੇ ਹੁੰਦੇ ਨੇ ਉਹ ਡੱਡੀਆਂ ਮੱਛੀਆਂ ਖਾ ਕੇ, ਮਾਸ ਖਾ ਕੇ, ਗੰਦ ਖਾ ਕੇ ਗੁਜ਼ਾਰਾ ਕਰਦੇ ਨੇ। ਇਸੇ ਪ੍ਰਕਾਰ ਕਵੀ ਜੀ ਕਹਿੰਦੇ ਸਤਿਗੁਰਾਂ ਦੀ ਸੋਭਾ ਸੱਤਾਂ ਸਮੁੰਦਰਾਂ ਦੇ ਇਲਾਕਿਆਂ ਦੇ ਵਿੱਚ
ਮਰਾਲ ਹੰਸਾ ਮਾਤ ਉਜਲ ਹੈ। ਅਮਲ ਕਮਲ ਜੈਸੀ ਕਾਂਸੀ ਮੈਂ ਬਿਰਾਜਮਾਨ। ਹਾਂਜੀ, ਜਿੱਥੇ ਵਿਦਿਆ ਮਾਰਤੰਡ ਮੰਨੀ ਜਾਂਦੀ ਹੈ, ਜਿੱਥੋਂ ਦੀ ਵਿਦਿਆ ਬੜੀ ਮਸ਼ਹੂਰ ਹੈ, ਅੱਜ ਵੀ ਵਿਦਵਾਨ ਲੋਕ ਜਾ ਕੇ ਕਾਂਚੀ ਦੇ ਅੰਦਰ ਵਿਦਿਆ ਪੜ੍ਹਦੇ ਨੇ। ਕਾਂਚੀ ਦੇ ਇਲਾਕੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੀ ਜੋ ਸੋਭਾ ਹੈ, ਅਮਲ ਕਮਲ ਜੈਸੀ, ਉਜਲ ਕਮਲ ਦੇ ਫੁੱਲ ਵਾਂਗ ਕਾਂਚੀ ਦੇ ਇਲਾਕੇ ਵਿੱਚ ਸਤਿਗੁਰਾਂ ਦੀ ਸੋਭਾ ਹੈ। ਸੁਦਾ ਸਮ ਸੁਦਾ ਸਰ ਦਿੱਲੀ ਦੂਧ ਸੋਹੀਏ। ਤੇ ਸੋਧਾ ਸਭ ਸੋਧਾ ਰਸ ਮਿੱਠੇ ਅੰਮ੍ਰਿਤ ਵਰਗੀ ਸਤਿਗੁਰਾਂ ਦੀ ਸੋਭਾ ਸ਼੍ਰੀ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਸਤਿਗੁਰਾਂ ਦੀ ਸੋਭਾ ਅੰਮ੍ਰਿਤ ਵਰਗੀ ਹੈ। ਦਿੱਲੀ ਦੁੱਧ ਸੋਹੀਆ ਤੇ ਸਫੇਦ ਚਿੱਟੇ ਦੁੱਧ ਵਰਗੀ ਸਤਿਗੁਰਾਂ ਦੀ ਸੋਭਾ ਦਿੱਲੀ ਦੇ ਇਲਾਕੇ ਵਿੱਚ ਹੋ ਰਹੀ ਹੈ। ਜੌਨ ਜੈਸੀ ਜੋਧਪੁਰ ਸੇਸ ਸੀ ਸੁਮੇਰ ਪਰ। ਹਾਂਜੀ, ਚੰਦਰਮੇ ਦੀ ਚਾਂਦਨੀ ਵਾਂਗ ਸਤਿਗੁਰਾਂ ਦੀ ਸੋਭਾ ਜੋਧਪੁਰ ਦੇ ਇਲਾਕੇ ਦੇ ਵਿੱਚ ਹੋ ਰਹੀ ਹੈ। ਸੇਸ ਸੀ ਸਮੇਰ ਪਰ, ਜਿਹੜਾ ਸ਼ਮੇਰ ਪਰਬਤ ਹੈ ਜਿੱਥੇ ਸਿੱਧ ਬੈਠੇ ਸਨ। ਜਾ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਐਸੀਆਂ ਵਿਚਾਰਾਂ ਕੀਤੀਆਂ, 84 ਸਿੱਧਾਂ ਨੂੰ ਸਿੱਧੇ ਰਸਤੇ ਪਾਇਆ, ਪਰਮੇਸ਼ਰ ਦੇ ਨਾਲ ਜੋੜਿਆ ਏ। ਕਹਿੰਦੇ ਉੱਥੇ ਉਸ ਪਹਾੜ ਦੇ ਉੱਪਰ ਸਤਿਗੁਰਾਂ ਦੀ ਜਿਹੜੀ ਸੋਭਾ ਹੈ ਉਹ ਸ਼ੇਸ਼ ਨਾਗ ਵਰਗੀ ਹੈ, ਸਫੇਦ ਨਾਗ ਵਰਗੀ ਹੈ। ਚੰਦਨ ਸੀ ਚੀਨ ਔ ਮਚੀਨ ਮਾਹੇ ਜੋਹੀਏ। ਹਾਂਜੀ, ਚੀਨ ਤੇ ਮਚੀਨ ਇਹ ਦੋਨੇ ਹੀ ਇਲਾਕੇ ਇੱਕ ਦੂਜੇ ਦੇ ਨਾਲ ਲੱਗਦੇ ਨੇ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਚੀਨ ਦੇ ਵਿੱਚ ਵੀ ਗਏ ਨੇ। ਚੀਨ ਤੇ ਮਚੀਨ ਅੰਦਰ ਸਤਿਗੁਰਾਂ ਦੀ ਸੋਭਾ ਚੰਦਨ ਦੇ ਬੂਟੇ ਵਰਗੀ ਹੈ। ਜਿਹੜਾ ਚੰਦਨ ਦਾ ਬੂਟਾ ਹੁੰਦਾ ਹੈ ਬਹੁਤੀ ਖੁਸ਼ਬੂ ਹੁੰਦੀ ਹੈ, ਤੇ ਜਿੱਧਰ ਨੂੰ ਹਵਾ ਚੱਲ ਪਵੇ, ਜਿਹੜੀ ਵੀ ਹਵਾ ਚੰਦਨ ਦੇ ਬੂਟੇ ਦੇ ਨਾਲ ਖਹਿ ਕੇ ਲੰਘਦੀ ਹੈ ਨਾ, ਤੇ ਸਾਰੇ ਜੰਗਲ ਨੂੰ ਹੀ ਖੁਸ਼ਬੂਦਾਰ ਕਰ ਦਿੰਦੀ ਹੈ। ਨਿੰਮ ਵਰਗੇ ਪੜਤਨ ਵਾਲਿਆਂ ਰੁੱਖਾਂ ਦੇ ਵਿੱਚੋਂ ਵੀ ਚੰਦਨ ਦੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਕਵੀ ਜੀ ਕਹਿੰਦੇ ਚੀਨ ਤੇ ਮਚੀਨ ਦੇ ਇਲਾਕੇ ਵਿੱਚ ਸਤਿਗੁਰਾਂ ਦੀ ਜਿਹੜੀ ਸੋਭਾ ਹੈ, ਵਡਿਆਈ ਹੈ, ਕਹਿੰਦੇ ਉਹ ਚੰਦਨ ਦੇ ਰੁੱਖ ਵਰਗੀ ਹੈ। ਨੇਪਾਲ ਮੈਂ ਨਿਹੱਕ ਸੀ ਕਮਾਊ ਮੈਂ ਕਪਾਸ ਸੀ। ਮਹਾਰਾਜ ਨੇਪਾਲ ਦੇਸ਼ ਦੇ ਅੰਦਰ ਵੀ ਗਏ ਨੇ। ਨੇਪਾਲ ਦੇ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੀ ਸੋਭਾ ਹੈ, ਕਹਿੰਦੇ ਹੀਰੇ ਵਾਂਗ ਚਮਕ ਰਹੀ ਹੈ। ਕਮਾਊ ਮੈਂ ਕਪਾਸ ਸੀ, ਕਮਾਊ ਵੀ ਇੱਕ ਇਲਾਕਾ ਹੈ। ਉਸ ਇਲਾਕੇ ਵਿੱਚ ਸਤਿਗੁਰਾਂ ਦੀ ਸੋਭਾ ਕਪਾਹ ਦੀਆਂ ਚਿੱਟੀਆਂ ਫੁੱਟੀਆਂ ਵਾਂਗ ਫੈਲ ਰਹੀ ਹੈ। ਵਿਸਾਰ ਕੋਟ ਹਿਮਸੀ ਸੁਖਦ ਅਮਰੋਹੀਏ। ਕਵੀ ਜੀ ਕਹਿੰਦੇ ਸੁੱਖਾਂ ਦੇ ਦਾਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੀ ਜਿਹੜੀ ਸੋਭਾ ਹੈ ਨਾ, ਹਿਸਾਰ ਕੋਟ ਦੇ ਅੰਦਰ ਹਿਮ ਭਾਵ ਬਰਫ ਵਰਗੀ ਵੇਖੀ ਜਾਂਦੀ ਹੈ। ਆਠੋ ਦਿਕ ਪਾਲਨ ਕੇ ਦਿਸਨ ਪੈ ਜਾਏ ਟਿੱਕੀ। ਕਹਿੰਦੇ ਦਸ਼ਾਂ ਦਿਸ਼ਾਵਾਂ ਦੇ ਅੰਦਰ ਜਿਹੜੇ ਦਿਸ਼ਾ ਪਲ ਹਾਥੀ ਨੇ ਨਾ, ਉਹਨਾਂ ਵਾਂਗ ਸਤਿਗੁਰਾਂ ਦੀ ਸੋਭਾ ਹੈ। ਜਹਾਂ ਤਹਿ ਦੇਖੀਏ ਸਭਨ ਮਨ ਮੋਹੀਏ। ਕਹਿੰਦੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤ ਵਸਦੀ ਹੈ, ਉਹਨਾਂ ਦੇ ਕੋਲੇ ਜਾ ਕੇ ਗੁਰੂ ਨਾਨਕ ਦੀਆਂ ਵਡਿਆਈਆਂ ਸੁਣੀਏ ਤੇ ਮਨ ਮੋਹਿਆ ਜਾਂਦਾ ਹੈ। ਲਖਨਊ ਸਾਰਦ ਸੀ ਲਵਪੁਰ ਵਾਰਦ ਸੀ। ਤੇ ਸਤਿਗੁਰੂ ਲਖਨਊ ਸ਼ਹਿਰ ਦੇ ਅੰਦਰ ਵੀ ਗਏ ਨੇ। ਲਖਨਊ ਦੇ ਅੰਦਰ ਜਿਹੜੀ ਸਤਿਗੁਰਾਂ ਦੀ ਸੋਭਾ ਹੈ ਨਾ, ਉਹ ਸਾਰਦ ਸੀ, ਲਵਪੁਰ ਵਾਰਦ ਸੀ। ਲਖਨਊ ਦੇ ਅੰਦਰ ਜਿਹੜੀ ਸਤਿਗੁਰਾਂ ਦੀ ਸੋਭਾ ਉਹ ਸਰਸਵਤੀ ਦੇਵੀ ਵਾਂਗ ਫੈਲੀ ਹੋਈ ਹੈ। ਤੇ ਲਵਪੁਰ ਕਿਹਾ ਜਾਂਦਾ ਹੈ ਸੰਗਤ ਜੀ ਲਾਹੌਰ। ਲਾਹੌਰ ਦੇਸ਼ ਦੇ ਅੰਦਰ, ਲਾਹੌਰ ਸ਼ਹਿਰ ਦੇ ਅੰਦਰ ਸਤਿਗੁਰਾਂ ਦੀ ਸੋਭਾ ਚਿੱਟੇ ਬੱਦਲਾਂ ਵਰਗੀ ਹੈ। ਹਾਜੀਪੁਰ ਹੰਸਨੀ ਸੀ ਰੂਪਾ ਰੂਮ ਜਾਣੇ। ਹਾਜੀਪੁਰ ਵੀ ਇੱਕ ਸ਼ਹਿਰ ਹੈ। ਹਾਜੀਪੁਰ ਸ਼ਹਿਰ ਦੇ ਅੰਦਰ ਸਤਿਗੁਰਾਂ ਦੀ ਸੋਭਾ ਹੈ, ਜਿਹੜੀ ਚਿੱਟੀ ਹੰਸਨੀ ਵਰਗੀ ਹੈ, ਤੇ ਰੂਪਾ ਰੂਮ ਜਾਨੀ ਹੈ। ਤੇ ਰੂਮ ਦਾ ਇਲਾਕਾ ਹੈ, ਰੂਮ ਵੀ ਇੱਕ ਦੇਸ਼ ਹੈ। ਉੱਥੇ ਸਤਿਗੁਰਾਂ ਦੀ ਸੋਭਾ ਚਾਂਦੀ ਵਾਂਗ ਚਮਕ ਰਹੀ ਹੈ। ਕਰਕਾ ਐਰਾਕ ਉਡਗਨ ਸੀ ਐਰਾਨ ਰੂਰੀ। ਕਹਿੰਦੇ ਇਰਾਕ ਦਾ ਇਲਾਕਾ ਹੈ। ਇਰਾਕ ਵੀ ਇੱਕ ਦੇਸ਼ ਹੈ ਜਿਹਨੂੰ ਈਰਾਨ ਵੀ ਕਿਹਾ ਜਾਂਦਾ ਹੈ। ਕਹਿੰਦੇ ਉੱਥੇ ਸਤਿਗੁਰਾਂ ਦੀ ਸੋਭਾ ਚਿੱਟੇ ਗੜਿਆਂ ਵਰਗੀ ਹੈ, ਉੱਡਣ ਸੀ। ਤੇ ਈਰਾਨ ਦਾ ਇਲਾਕਾ, ਇੱਕ ਇਰਾਕ ਦਾ ਇਲਾਕਾ ਹੈ, ਇੱਕ ਈਰਾਨ ਦਾ ਇਲਾਕਾ ਹੈ।
ਈਰਾਨ ਦੇ ਇਲਾਕੇ ਵਿੱਚ ਸਤਿਗੁਰਾਂ ਦੀ ਸੋਭਾ ਚਿੱਟੇ ਸਫੇਦ ਤਾਰਿਆਂ ਵਰਗੀ ਹੈ। ਫਾਟਕ ਸਿਫਰ ਕਾਬਾਦ ਬਿਸਦ ਬਿਖਾਨੇ। ਤੇ ਕਹਿੰਦੇ ਫਰਕਾਬਾਦ ਦਾ ਇਲਾਕਾ ਹੈ, ਉੱਥੇ ਸਫੇਦ ਚਿੱਟੇ ਸ਼ੀਸ਼ੇ ਵਾਂਗ, ਜਿਹਨੂੰ ਵੇਟ ਪੇਪਰ ਕਿਹਾ ਜਾਂਦਾ ਹੈ, ਉਹਦੇ ਵਾਂਗ ਫਰਕਾਬਾਦ ਦੇ ਇਲਾਕੇ ਵਿੱਚ ਸਤਿਗੁਰਾਂ ਦੀ ਸੋਭਾ ਦੇਖੀ ਜਾਂਦੀ ਹੈ। ਉਦਦ ਬੰਦਰ ਮਦ ਉਦਤਿਸੀ ਫੈਲ ਰਹੀ। ਕਹਿੰਦੇ ਜਿਹੜੀਆਂ ਸਮੁੰਦਰਾਂ ਦੀਆਂ ਬੰਦਰਗਾਹਾਂ ਹਨ, ਉਹਨਾਂ ਦੇ ਅੰਦਰ ਸਤਿਗੁਰਾਂ ਦੀ ਸੋਭਾ ਏਦਾਂ ਜਾਣੋ ਜਿਵੇਂ ਕੋਈ ਖੀਰ ਦਾ ਸਮੁੰਦਰ ਵਗ ਰਿਹਾ ਹੋਵੇ, ਦੁੱਧ ਦਾ ਸਮੁੰਦਰ ਵਗ ਰਿਹਾ ਹੋਵੇ। ਉੱਥੇ ਇਸ ਤਰ੍ਹਾਂ ਸਤਿਗੁਰਾਂ ਦੀ ਸੋਭਾ ਬੰਦਰਗਾਹਾਂ ਅੰਦਰ ਫੈਲ ਰਹੀ ਹੈ। ਕੂਲ ਸੋ ਕਲਿੰਦਰੀ ਕੇ ਕੁੰਡ ਸੀ ਪਰਮਾਨੇ। ਤੇ ਕੂਲ ਸੋ ਕਲਿੰਦਰੀ ਕੇ ਕੁੰਡ ਸੀ ਪਰਮਾਨੀ ਹੈ। ਕਹਿੰਦੇ ਜਿਹੜੀ ਸਤਿਗੁਰਾਂ ਦੀ ਸੋਭਾ ਹੈ ਨਾ, ਇਸ ਪ੍ਰਕਾਰ ਜਿਹੜੀ ਜਮਨਾ ਹੈ ਨਾ, ਜਮਨਾ ਇੱਕ ਨਦੀ ਹੈ, ਜਮਨਾ ਨਦੀ ਵਾਂਗ ਜਿਹੜੀ ਜਮਨਾ ਨਦੀ ਪਾਉਂਟਾ ਸਾਹਿਬ ਦੇ ਇਰਦ ਗਿਰਦ ਵਗਦੀ ਆ, ਉਸ ਦੇ ਵਾਂਗ ਸਤਿਗੁਰਾਂ ਦੀ ਸੋਭਾ ਹੈ। ਜੋ ਇੱਧਰ ਹੋਰ ਜਿਹੜੇ ਇਲਾਕੇ ਬੰਦਰਗਾਹਾਂ ਦੇ ਨਜ਼ਦੀਕ ਰਹਿ ਜਾਂਦੇ ਨੇ, ਕਹਿੰਦੇ ਕੁਲ ਦੇ ਇਲਾਕੇ ਨੇ, ਜਿਹੜੇ ਕੂਲ ਸ਼ਹਿਰ ਦੇਸ਼ ਦੇ ਇਲਾਕੇ ਨੇ, ਉਧਰ ਸਤਿਗੁਰਾਂ ਦੀ ਸੋਭਾ ਜਮਨਾ ਵਾਂਗ ਵਗ ਰਹੀ ਹੈ। ਕੋਡੇਸੀ ਕਲਿੰਜਰ ਸਭਨ ਮੁਖ ਰਤਨ ਸੀ। ਤੇ ਕੋਲਿੰਜਰ ਵੀ ਇੱਕ ਦੇਸ਼ ਹੈ, ਉੱਥੇ ਸਤਿਗੁਰਾਂ ਦੀ ਸੋਭਾ ਚਿੱਟੀਆਂ ਕੌਡੀਆਂ ਵਾਂਗ ਹੈ, ਫੈਲੀ ਹੋਈ ਹੈ। ਸਭਨ ਮੁਖ ਰਤਨ ਸੀ। ਤੇ ਜਿਹੜੇ ਸਾਰਿਆਂ ਹੀ ਮੁੱਖਾਂ ਦੇ ਜਿਹੜੇ ਦੰਦ ਹੁੰਦੇ ਨੇ ਨਾ, ਸਫੇਦ ਦੰਦ, ਜਿਵੇਂ ਹਾਥੀ ਦੇ ਦੰਦ ਹੁੰਦੇ ਨੇ, ਏਦਾਂ ਸਤਿਗੁਰਾਂ ਦੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੀ ਨਾਨਕ ਕੀ ਕੀਰਤੀ ਸੰਤੋਖ ਸਿੰਘ ਗਣੀਏ। ਕਹਿੰਦੇ ਗੁਰੂ ਨਾਨਕ ਦੀ ਜਿਹੜੀ ਕੀਰਤੀ ਵਡਿਆਈ ਹੈ, ਕਵੀ ਸੰਤੋਖ ਸਿੰਘ ਜੀਆਂ ਨੇ ਇਸ ਪ੍ਰਕਾਰ ਕਹੀ ਹੈ, ਜਿਵੇਂ ਚਿੱਟੇ ਦੰਦ ਹੋਣ ਹਾਥੀ ਦੇ, ਇਸ ਤਰ੍ਹਾਂ ਮਹਾਰਾਜ ਜੀਆਂ ਦੀ ਸੋਭਾ ਹੈ। ਦੋਹਰਾ ਦਸ ਦੇਸ ਹਿੰਦੂ ਤੁਰਕ ਮਹਿ। ਕਹਿੰਦੇ ਦਸਾਂ ਹੀ ਦਿਸ਼ਾਵਾਂ ਦੇ ਅੰਦਰ ਭਾਵੇਂ ਹਿੰਦੂ ਹੋਣ, ਭਾਵੇਂ ਤੁਰਕ ਵਸ ਰਹੇ ਹੋਣ, ਘਰ ਘਰ ਦੇਸ ਵਿਦੇਸ਼। ਕਹਿੰਦੇ ਹਿੰਦੂਆਂ ਤੇ ਤੁਰਕਾਂ ਦੇ ਘਰਾਂ ਅੰਦਰ, ਦੇਸ਼ਾਂ ਤੇ ਵਿਦੇਸ਼ਾਂ ਅੰਦਰ ਸਤਿਗੁਰਾਂ ਦੀ ਸੋਭਾ ਹੈ। ਫੁਲਵਾਰੀ ਫੁੱਲੀ ਜੁਹੀ। ਕਹਿੰਦੇ ਇਸੇ ਪ੍ਰਕਾਰ ਹੀ ਸਤਿਗੁਰਾਂ ਦੀ ਸੋਭਾ ਦੀ ਫੁਲਵਾੜੀ ਫਲੀ ਹੋਈ ਆ, ਵਧੀ ਹੋਈ ਹੈ। ਮਿਲਕਾ ਸੁਮਨ ਬਸੇਖ। ਕਹਿੰਦੇ ਜਿਵੇਂ ਮਾਲ ਕੇਤਕੀ ਦੇ ਫੁੱਲਾਂ ਦੀ ਫੁਲਵਾੜੀ ਹੋਵੇ, ਇਸੇ ਪ੍ਰਕਾਰ ਸਤਿਗੁਰਾਂ ਦੀ ਸੋਭਾ ਹੈ। ਚੌਪਈ ਅਬਰ ਨਰਨ ਸਰ ਜਨਮ ਸੁਧਾਰੇ। ਕਵੀ ਜੀ ਕਹਿੰਦੇ ਜਿਹੜੇ ਲੋਕ ਇਹ ਕਹਿੰਦੇ ਨੇ ਨਾ, ਅਬਰ ਨਰਨ ਸਾਰ, ਅਬਰ ਹੁੰਦੇ ਆ ਹੋਰ, ਨਰਨ ਮਨੁੱਖ, ਸਰ ਵਾਂਗੂ ਜਨਮ ਸੁਧਾਰੇ, ਕਿ ਇਹਨਾਂ ਨੇ ਜਿਹੜਾ ਜਨਮ ਹੈ ਨਾ, ਉਹ ਆਮ ਲੋਕਾਂ ਵਾਂਗ ਧਾਰਿਆ ਹੈ, ਜਾਂ ਗੁਰੂ ਨਾਨਕ ਅੰਦਰ ਕੋਈ ਸ਼ਕਤੀ ਨਹੀਂ, ਇਹ ਤਾਂ ਆਮ ਇਨਸਾਨ ਸੀ, ਜਾਂ ਆਮ ਲੋਕਾਂ ਵਾਂਗ ਜੀਵਨ ਬਤੀਤ ਕੀਤਾ ਹੈ। ਜਿਹੜੇ ਲੋਕ ਏਦਾਂ ਕਹਿੰਦੇ ਨੇ, ਜੋ ਐਸੇ ਕਹੇ ਸੋ ਕੂੜਿਆਰੇ। ਕਵੀ ਜੀ ਕਹਿੰਦੇ ਜਿਹੜੇ ਇਹ ਗੱਲਾਂ ਕਰਦੇ ਨੇ ਕਿ ਗੁਰੂ ਨਾਨਕ ਕਰਾਮਾਤਾਂ ਦਾ ਮਾਲਕ ਨਹੀਂ ਸੀ, ਸ਼ਕਤੀ ਦਾ ਮਾਲਕ ਨਹੀਂ ਸੀ, ਆਮ ਇਨਸਾਨ ਸੀ, ਸਤਿਗੁਰੂ ਜੀ, ਕਵੀ ਜੀ ਕਹਿੰਦੇ ਉਹ ਸਾਰੇ ਝੂਠੇ ਨੇ। ਸੋ ਨਾਨਕ ਕੋ ਜਾਣਤ ਨਾਹੀ। ਕਵੀ ਜੀ ਕਹਿੰਦੇ ਦਰਅਸਲ ਉਹ ਸਤਿਗੁਰਾਂ ਦੀ ਮਹਿਮਾ ਜਾਣਦੇ ਨਹੀਂ। ਕੈ ਗੁਰ ਨਿੰਦਕ ਨਿੰਦਾ ਕਰਾਹੀ। ਅਸਲ ਉਹ ਪੂਰੇ ਗੁਰੂ ਦੀ ਨਿੰਦਿਆ ਕਰ ਰਹੇ ਨੇ। ਜੀਵਤ ਦੁਖ ਪਾਵਹਿ ਨਰ ਸੋਏ। ਕਵੀ ਜੀ ਕਹਿੰਦੇ ਫਿਰ ਜਿਹੜੇ ਐਸੇ ਨਿੰਦਕ ਲੋਕ ਨੇ, ਉਹ ਜਦੋਂ ਤੱਕ ਵੀ ਸੰਸਾਰ ਦੇ ਅੰਦਰ ਜਿਉਂਦੇ ਨੇ, ਜਿਉਂਦੇ ਹੋਏ ਉਹ ਦੁੱਖ ਹੀ ਪਾਉਂਦੇ ਨੇ। ਹੋਏ ਨਰਕ ਪ੍ਰਾਪਤ ਹੋਏ। ਤੇ ਜਦੋਂ ਗੁਰੂ ਨਾਨਕ ਦੇਵ ਜੀਆਂ ਦੁਆਰਾ ਬਖਸ਼ਿਸ਼ ਕੀਤੇ ਗਏ ਸਵਾਸ ਉਹਨਾਂ ਦੇ ਮੁੱਕਦੇ ਨੇ, ਸਵਾਸਾਂ ਰੂਪੀ ਡੋਰੀ ਉਹਨਾਂ ਨਿੰਦਕਾਂ ਦੀ ਟੁੱਟਦੀ ਹੈ। ਕਹਿੰਦੇ ਫਿਰ ਕੀ ਹੁੰਦਾ ਹੈ? ਕਹਿੰਦੇ ਫਿਰ ਨਰਕ ਪ੍ਰਾਪਤ ਹੁੰਦੇ ਨੇ, ਨਰਕਾਂ ਵਿੱਚ ਜਾਂਦੇ ਨੇ। ਨਹਿ ਜਾਣਹਿ ਕਹਤੇ ਜੋ ਭੂਲੇ। ਕਵੀ ਜੀ ਕਹਿੰਦੇ ਮੁੱਢ ਤੋਂ ਹੀ ਭੁੱਲੇ ਹੋਏ ਨੇ, ਇਸ ਲਈ ਸਤਿਗੁਰਾਂ ਦੀ ਮਹਿਮਾ ਜਾਣਦੇ ਨਹੀਂ। ਆਪ ਸੁਨ ਸੋ ਹੋਵਹਿ ਅਨਕੂਲੇ। ਕਵੀ ਜੀ ਕਹਿੰਦੇ ਹੁਣ ਵੀ ਸਤਿਗੁਰੂ ਜੀ ਉਹਨਾਂ ਦੇ ਜੀਵਨਾਂ ਉੱਪਰ ਕਿਰਪਾ ਕਰੇ, ਸ਼ਰਧਾ ਭਾਵਨਾ ਦੇ ਨਾਲ ਆ ਕਰਕੇ ਸਤ ਸੰਗਤ ਦੇ ਵਿੱਚ ਬੈਠਿਆ ਕਰ। ਸਤ ਸੰਗਤ ਦੇ ਵਿੱਚ ਬੈਠ ਕਰਕੇ ਐਸੇ ਗੁਰੂ ਨਾਨਕ ਦੀ ਵਡਿਆਈ ਦੀਆਂ ਵਿਚਾਰਾਂ, ਗੁਰੂ ਨਾਨਕ ਦਾ ਇਤਿਹਾਸ ਸੁਣਿਆ ਕਰਨ। ਹਲੇ ਵੀ ਉਹਨਾਂ ਦਾ ਜੀਵਨ
ਗੁਰੂ ਨਾਨਕ ਦੇ ਅਨੁਸਾਰ ਬਤੀਤ ਹੋ ਸਕਦਾ ਹੈ। ਗੁਰੂ ਨਾਨਕ ਦੇ ਸਿੱਖਾਂ ਵਾਂਗ ਜੀਵਨ ਬਤੀਤ ਹੋ ਸਕਦਾ ਹੈ। ਗੁਰੂ ਕਿਰਪਾ ਕਰੇਗਾ। ਦੋਹਰਾ ਸੁਨ ਸਰੂਪਨ ਸੁਖ ਪਾਏ ਮਨ। ਜਦੋਂ ਕਵੀ ਸੰਤੋਖ ਸਿੰਘ ਜੀਆਂ ਨੇ ਇਸੇ ਪ੍ਰਕਾਰ ਸਤਿਗੁਰਾਂ ਦੇ ਬਾਬਤ ਵਡਿਆਈਆਂ ਕਰਕੇ ਜੋ ਕੈਂਥਲ ਦੀ ਸੰਗਤ ਸੀ ਉਹਨਾਂ ਦੇ ਸ਼ੰਕੇ ਦੂਰ ਕੀਤੇ ਨੇ। ਉਹਨਾਂ ਨੇ ਗੁਰ ਇਤਿਹਾਸ ਸੁਣ ਕਰਕੇ ਬਹੁਤਾ ਸੁਖ ਪਾਇਆ ਹੈ। ਬੋਹਰ ਸੰਦੇਹ ਤੇ ਮੁੜ ਕੇ ਕਦੇ ਵੀ ਸਤਿਗੁਰਾਂ ਉੱਪਰ ਸ਼ੰਕਾ ਨਹੀਂ ਕੀਤਾ। ਬਦੀ ਦਿੱਤੇ ਮਹਿ ਲਾਲਸਾ। ਉਹਨਾਂ ਦੇ ਹਿਰਦੇ ਦੇ ਅੰਦਰ ਬਹੁਤੀ ਲਾਲਸਾ ਭਾਵ ਇੱਛਾ ਵੱਧ ਗਈ ਹੈ। ਕਥਾ ਸੁਣਨ ਪਰ ਜੇਹ ਗੁਰ ਇਤਿਹਾਸ ਦੀ ਕਥਾ ਸੁਣਨ ਦੀ ਇੱਛਾ ਵੱਧ ਗਈ ਹੈ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਜੀਵਨ ਬਤੀਤ ਕਰਨਗੇ। ਭਾਈ ਲਾਲੋ ਦੇ ਘਰ ਜਾਣਗੇ, ਸਿੱਧਾਂ ਦੇ ਨਾਲ ਸਿੱਧ ਗੋਸ਼ਟ ਪਹਾੜ ਦੇ ਉੱਪਰ ਜਾ ਕੇ ਕਰਨਗੇ। ਕਿਵੇਂ ਗੁਰੂ ਅੰਗਦ ਦੇਵ ਜੀ ਗੱਦੀ ਉੱਪਰ ਆਉਣਗੇ। ਏਦਾਂ ਹੀ ਪਾਤਸ਼ਾਹੀਆਂ ਚੱਲਦੀਆਂ, ਛੇਵੇਂ ਪਾਤਸ਼ਾਹ ਦੇ ਜੰਗ ਯੁੱਧ ਹੋਣਗੇ। ਕਿਵੇਂ ਪਰਿਵਾਰ ਵਿਛੋੜੇ ਪੈਣਗੇ। ਕਿਵੇਂ ਚਮਕੌਰ ਦੀ ਗੜੀ ਦਾ ਜੰਗ ਹੋਵੇਗਾ। ਕਿਵੇਂ ਮਹਾਰਾਜ ਮਾਛੀਵਾੜੇ ਦੇ ਜੰਗਲਾਂ ਅੰਦਰ ਰਾਤਾਂ ਕੱਟਣਗੇ। ਕਿਵੇਂ ਸਤਿਗੁਰੂ ਜੀ ਦਮਦਮਾ ਸਾਹਿਬ ਆ ਕਰਕੇ ਮਾਤਾ ਜੀ ਹੁਣਾਂ ਨੂੰ ਜਵਾਬ ਦੇਣਗੇ। ਜਦੋਂ ਆ ਕਰਕੇ ਉਹਨਾਂ ਨੇ ਸਾਹਿਬਜ਼ਾਦਿਆਂ ਦੀ ਬਾਬਤ ਪੁੱਛਿਆ। ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਇਸ ਇਲਾਕੇ ਨੂੰ ਫਤਿਹ ਕਰੇਗਾ। ਕਿਵੇਂ ਸਾਹਿਬਜ਼ਾਦਿਆਂ ਦਾ ਬਦਲਾ ਲਵੇਗਾ। ਗੁਰ ਇਤਿਹਾਸ ਦੀ ਕਥਾ ਸੁਣਨ ਦੀ ਉਹ ਕੈਂਥਲ ਦੀ ਜੋ ਸੰਗਤ ਹੈ ਉਹਨਾਂ ਦੇ ਅੰਦਰ ਹੁਣ ਇੱਛਾ ਵੱਧ ਚੁੱਕੀ ਹੈ। ਚੌਪਈ ਅਸਬਿਦ ਸਰੋਤਨ ਬਚਨ ਉਚਾਰੇ। ਇਸ ਪ੍ਰਕਾਰ ਫਿਰ ਸੰਗਤ ਦੇ ਵਿੱਚ ਕੁਝ ਸਰੋਤੇ ਉੱਠੇ ਨੇ। ਉਹਨਾਂ ਨੇ ਕਵੀ ਜੀ ਨੂੰ ਕਹਿਣਾ ਕੀਤਾ ਹੈ। ਸੁਣੋ ਕਵੀ ਇਕ ਗ੍ਰੰਥ ਮਝਾਰੇ। ਕਹਿਣ ਲੱਗੇ ਕਵੀ ਜੀ ਸੁਣਨਾ ਕਰੋ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਅੰਦਰ ਇੱਕ ਪੰਕਤੀ ਦਰਜ ਹੈ। ਤੂੰ ਤਾਂ ਜਨਕ ਰਾਜ ਅਵਤਾਰਾ। ਗੁਰੂ ਨਾਨਕ ਦੇਵ ਜੀਆਂ ਦੀ ਬਾਬਤ ਲਿਖਿਆ ਹੈ। ਤੂੰ ਤਾਂ ਜਨਕ ਰਾਜ ਅਵਤਾਰਾ ਕੇ ਤੂੰ ਤਾਂ ਜਨਕ ਰਾਜੇ ਦਾ ਅਵਤਾਰ ਹੈ। ਇਹ ਬਿਦ ਲਿਖਿਓ ਵਾਕ ਸੁਖਕਾਰਾ। ਇਹ ਜਿਹੜਾ ਬਚਨ ਗੁਰੂ ਗ੍ਰੰਥ ਸਾਹਿਬ ਦੀਆਂ ਅੰਦਰ ਇਹ ਪੰਕਤੀ ਲਿਖੀ ਹੈ ਬਹੁਤਿਆਂ ਸੁੱਖਾਂ ਨੂੰ ਦੇਣ ਵਾਲੀ ਹੈ। ਗੁਰੂ ਗ੍ਰੰਥ ਕੀ ਸਾਖੀ ਪਾਵੈ। ਕਿ ਜਿਸ ਦੀ ਅਗਵਾਹੀ ਗੁਰੂ ਗ੍ਰੰਥ ਸਾਹਿਬ ਜੀ ਨੇ ਭਰ ਦਿੱਤੀ ਹੋਵੇ। ਸਾਖੀ ਦਾ ਮਤਲਬ ਭਾਵ ਕੀ ਹੈ? ਅਗਵਾਹੀ। ਕਿ ਜਿਸ ਦੀ ਗਵਾਹੀ ਗੁਰੂ ਗ੍ਰੰਥ ਸਾਹਿਬ ਜੀ ਨੇ ਭਰ ਦਿੱਤੀ ਹੋਵੇ। ਤੋ ਹਮਰੋ ਸੰਦੇਹ ਮਿਟਾਵੈ। ਇਸ ਲਈ ਜਿਹੜੇ ਸਾਡੇ ਸ਼ੰਕੇ ਸਨ ਗੁਰੂ ਨਾਨਕ ਦੇਵ ਜੀਆਂ ਪ੍ਰਤੀ ਪਾਤਸ਼ਾਹੀਆਂ ਪ੍ਰਤੀ ਗੁਰੂਆਂ ਪ੍ਰਤੀ ਜੋ ਸਾਨੂੰ ਸ਼ੰਕੇ ਸਨ ਉਹ ਸਾਰੇ ਸਾਡੇ ਨਿਵਰਤ ਹੋ ਗਏ ਨੇ, ਖਤਮ ਹੋ ਗਏ ਨੇ। ਜਾ ਕੇ ਬਚਨ ਅਮੋਲ ਅਡੋਲਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਐਸੇ ਬਚਨ ਅਮੋਲਕ ਨੇ ਜਿਹੜੇ ਡੋਲਣ ਨਹੀਂ ਦਿੰਦੇ। ਸੁਖ ਦਾ ਮੰਗਲ ਮੂਲ ਅਤੋਲਾ। ਤੇ ਸੁਖ ਦਾ ਮੰਗਲ ਖੁਸ਼ੀ ਦਾ ਘਰ ਨੇ ਮੁੱਢ ਤੋਂ ਹੀ ਅਤੋਲਾ। ਤੁਲਨ ਤੋਂ ਰਹਿਤ ਨੇ ਗੁਰੂ ਨਾਨਕ ਦੇ ਬਚਨ। ਸੁਣ ਕਰ ਕਵੀ ਗ੍ਰੰਥ ਕੀ ਗਾਥਾ। ਜਦੋਂ ਕਵੀ ਸੰਤੋਖ ਸਿੰਘ ਜੀਆਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਅਗਵਾਹੀ ਸੁਣੀ ਹੈ। ਕਾਰਵਰ ਹਰਖ ਕਹਿਤ ਤਿਨ ਸਾਥਾ। ਤੇ ਹਿਰਦੇ ਦੇ ਅੰਦਰ ਬਹੁਤਾ ਪ੍ਰਸੰਨ ਹੋਇਆ ਹੈ, ਖੁਸ਼ ਹੋਇਆ ਹੈ ਤੇ ਕਹਿਣ ਲੱਗਾ ਹੈ। ਧੰਨ ਕਿਰਾ ਮਤ ਧੰਨ ਕੁਮਾਰੀ। ਇਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਗੁਰਬਾਣੀ ਹੈ ਤੇ ਧੰਨ ਤੁਹਾਡੀ ਹੈ ਸਰੋਤਿਓ ਮਤ ਹੈ ਜੋ ਗੁਰੂ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰ ਰਹੇ ਹੋ। ਧੰਨ ਗੁਰਬਾਣੀ ਹੈ ਤੇ ਧੰਨ ਗੁਰੂ ਦੇ ਸਿੱਖ ਹਨ। ਜਾਤੇ ਮਨ ਮਹਿ ਸਮਝ ਉਚਾਰੀ। ਜਾਤੇ ਮਨ ਮਹਿ ਸਮਝ ਉਚਾਰੀ। ਇਸ ਤਰ੍ਹਾਂ ਸਮਝ ਸੋਚ ਕਰਕੇ ਜਾ ਤੇ ਮਨ ਮਹਿ ਸਮਝ ਉਚਾਰੀ। ਗੁਰਬਾਣੀ ਹੈ ਜੋ ਗੁਰੂ ਨਾਨਕ ਦੇਵ ਜੀਆਂ ਨੇ ਉਚਾਰਨ ਕੀਤੀ ਹੈ ਤੇ ਸਿੱਖਾਂ ਨੇ ਆਪਣੇ ਮਨ ਅੰਦਰ ਸਮਝੀ ਹੈ। ਕਹਿਤ ਮਹਿਤ ਕੀ ਮਹਿਤ ਹੈ ਸਾਖੀ। ਤੇ ਕਹਿਤ ਮਹਿਤ ਕੀ ਕਹਿਤ ਹੈ ਸਾਖੀ। ਜਿਹੜੇ ਵੱਡੇ ਲੋਕ ਹੁੰਦੇ ਨੇ ਨਾ ਉੱਚੀ ਸੋਚ ਵਾਲੇ ਉਹੀ ਉੱਚਿਆਂ ਲੋਕਾਂ ਦੀ ਅਗਵਾਹੀ ਭਰਦੇ ਨੇ। ਜਿਵੇਂ ਗੁਰੂ ਨਾਨਕ ਦੀ ਅਗਵਾਹੀ ਗੁਰੂ ਗ੍ਰੰਥ ਸਾਹਿਬ ਜੀ ਭਰ ਰਹੇ ਨੇ। ਜਿਹੜੇ ਤੁਸ਼ ਮਾਤਰ ਬੁੱਧੀ ਵਾਲੇ ਲੋਕ ਹੁੰਦੇ ਨੇ, ਭੈੜੀ ਬੁੱਧੀ ਵਾਲੇ ਲੋਕ ਹੁੰਦੇ ਨੇ, ਜਿਹੜੇ ਚੋਰ ਹੁੰਦੇ ਨੇ, ਚੋਰਾਂ ਨੇ ਕਦੇ ਸੰਤਾਂ ਦੀ ਅਗਵਾਹੀ ਨਹੀਂ ਭਰੀ, ਕਦੇ ਹਨੇਰੇ ਨੇ ਚਾਨਣ ਦੀ ਅਗਵਾਹੀ ਨਹੀਂ ਭਰੀ,
ਕਦੇ ਧੁੱਪ ਨੇ ਛਾਂ ਦੀ ਅਗਵਾਹੀ ਨਹੀਂ ਭਰੀ, ਕਦੇ ਠੰਡੇ ਨੇ ਤੱਤੇ ਦੀ ਅਗਵਾਹੀ ਨਹੀਂ ਭਰੀ। ਇਸੇ ਤਰ੍ਹਾਂ ਜਿਹੜੇ ਝੂਠੇ ਅਧੂਰੇ ਲੋਕ ਹੁੰਦੇ ਨੇ ਨਾ, ਅਧੂਰਿਆਂ ਨੇ ਕਦੇ ਵੀ ਪੂਰੇ ਦੀ ਅਗਵਾਹੀ ਨਹੀਂ ਭਰੀ। ਨਹੀਂ ਅਕਲ ਤੇ ਜਾਵੇ ਭਾਖੀ, ਤੇ ਛੋਟੀ ਬੁੱਧੀ ਵਾਲਿਆਂ ਤੋਂ ਦਰਅਸਲ ਗੁਰੂ ਨਾਨਕ ਦੀ ਮਹਿਮਾ ਕਹੀ ਵੀ ਨਹੀਂ ਜਾ ਸਕਦੀ, ਗੁਰੂ ਨਾਨਕ ਦੀ ਅਗਵਾਈ ਭਰੀ ਵੀ ਨਹੀਂ ਜਾ ਸਕਦੀ। ਸ੍ਰੀ ਨਾਨਕ ਇਤਿਹਾਸ ਪੁਨੀਤਾ, ਕਿ ਸ਼੍ਰੋਮਣੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦਾ ਜੋ ਜੀਵਨ ਹੈ ਅਤੇ ਜੋ ਗੁਰ ਇਤਿਹਾਸ ਹੈ, ਇਹ ਦੋਨੋਂ ਇੱਕੋ ਜਿਹੇ ਪਵਿੱਤਰ ਹਨ। ਗ੍ਰੰਥ ਅਨੁਸਾਰ ਕਥੀ ਮਹਿਰੀਤਾ, ਤੇ ਕਵੀ ਜੀ ਕਹਿੰਦੇ ਜਿਹੜਿਆਂ ਗ੍ਰੰਥਾਂ ਦੇ ਅਨੁਸਾਰ ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਜੀ ਹੋਣ, ਭਾਵੇਂ ਕੋਈ ਹੋਰ ਇਤਿਹਾਸਕ ਗ੍ਰੰਥ ਹੋਣ, ਉਹਨਾਂ ਦੇ ਅਨੁਸਾਰ ਹੀ ਇਹ ਸੰਗਤ ਜੀ ਮੈਂ ਇਹ ਸਾਰੀ ਕਥਾ ਵਾਰਤਾ ਲਿਖੀ ਹੈ। ਪੁਨ ਗੁਰਦਾਸ ਭਇਓ ਜੋ ਭਾਈ, ਤੇ ਕਵੀ ਜੀ ਕਹਿੰਦੇ ਜਿਹੜੇ ਬੜੇ ਪਵਿੱਤਰ ਜੀਵਨ ਵਾਲੇ ਭਾਈ ਗੁਰਦਾਸ ਜੀ ਹੋਏ ਨੇ, ਕੀਨ ਜੇ ਗੁਰੂ ਵਡਾਈ, ਉਹਨਾਂ ਨੇ ਵੀ ਆਪਣੀਆਂ ਵਾਰਾਂ ਦੇ ਅੰਦਰ 41 ਵਾਰਾਂ ਲਿਖੀਆਂ ਨੇ। 41 ਵਾਰਾਂ ਦੇ ਅੰਦਰ ਗੁਰੂ ਨਾਨਕ ਦੀ ਸੋਭਾ ਵਡਿਆਈ ਕੀਤੀ ਹੈ। ਸ੍ਰੀ ਅਰਜਨ ਕੀ ਰਹਿਤ ਹਜੂਰਾ, ਤੇ ਜਿਹੜਾ ਭਾਈ ਗੁਰਦਾਸ ਸੀ ਨਾ, ਉਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀਆਂ ਦਾ ਬੜਾ ਪਿਆਰਾ ਸਿੱਖ ਸੀ। ਉਹਨਾਂ ਦੀ ਹਜ਼ੂਰੀ ਵਿੱਚ ਰਹਿਣ ਵਾਲਾ ਸੀ, ਜਿਨ੍ਹਾਂ ਨੇ ਗੁਰਬਾਣੀ ਵੀ ਲਿਖੀ ਹੈ। ਸਿੱਖੀ ਆਦਿਕ ਪ੍ਰੇਮ ਬ੍ਰਤ ਪੂਰਾ, ਜਿਨ੍ਹਾਂ ਦੇ ਅੰਦਰ ਸਿੱਖੀ ਦੇ ਸਮੁੰਦਰ ਅੰਦਰ ਛੱਲਾਂ ਵਗ ਰਹੀਆਂ ਸਨ, ਉਹਨਾਂ ਦੇ ਅੰਦਰ ਸਿੱਖੀ ਦੀਆਂ ਛੱਲਾਂ ਵਗ ਰਹੀਆਂ ਸਨ। ਪ੍ਰੇਮ ਬ੍ਰਤ ਪੂਰਾ, ਪ੍ਰੇਮ ਦੇ ਅੰਦਰ ਤੇ ਨਿਯਮਾਂ ਦੇ ਅੰਦਰ ਭਾਈ ਗੁਰਦਾਸ ਜੀ ਪੂਰੇ ਸਨ। ਸੁਨ ਗੁਰੂ ਅਰਜਨ ਜਿਹ ਕੀ ਬਾਣੀ, ਤੇ ਜਦੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸੁਣੀਆਂ ਨੇ, ਤੇ ਉਹਨਾਂ ਨੂੰ ਬਚਨ ਕੀਤੇ ਨੇ। ਬਰਦੀਨੋ ਅਸਕਿਤ ਗਤਦਾਨੀ, ਨਕਦਾਨੀ ਮੁਕਤੇ ਦਾਤੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਭਾਈ ਗੁਰਦਾਸ ਜੀ ਨੂੰ ਇਹ ਵਰ ਦਿੱਤੇ ਨੇ। ਪੜ੍ਹੇ ਪ੍ਰੇਮ ਕਰ ਕੈਸਿਕ ਜੋ, ਕਿ ਭਾਈ ਗੁਰਦਾਸ ਜੀ ਜੋ ਆਪ ਜੀਆਂ ਦੀਆਂ ਵਾਰਾਂ ਹਨ, ਉਹ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਹੋਣਗੀ। ਤੇ ਜਿਹੜੇ ਸਿੱਖ ਪੜ੍ਹੈ ਪ੍ਰੇਮ ਕਰ ਕਹਿ ਸਿੱਖ ਜੋ, ਜਿਹੜੇ ਵੀ ਸਿੱਖ ਪ੍ਰੇਮ ਭਾਵਨਾ ਦੇ ਨਾਲ ਆਪ ਜੀ ਦੀਆਂ ਵਾਰਾਂ ਪੜ੍ਹਨਗੇ, ਗੁਰਬਾਣੀ ਪੜ੍ਹਨਗੇ, ਉਹ ਐਸੀ ਕੁੰਜੀ ਦੇ ਮਾਲਕ ਹੋ ਜਾਣਗੇ, ਜਿਹੜੀ ਕੁੰਜੀ ਸਿੱਧੀ ਸੱਚਖੰਡ ਦੇ ਦਰਵਾਜ਼ੇ ਨੂੰ ਲੱਗੇਗੀ। ਸਿੱਖੀ ਕੋ ਪ੍ਰਾਪਤ ਹਵੈ ਸੋ, ਤੇ ਆਪਣੇ ਜੀਵਨ ਅੰਦਰ ਉਹ ਗੁਰਸਿੱਖ ਜੋ ਸ਼ਰਧਾ ਭਾਵਨਾ ਵਾਲੇ ਹੋਣਗੇ, ਬਹੁਤੀ ਸਿੱਖੀ ਪ੍ਰਾਪਤ ਕਰਨਗੇ। ਤੇ ਅਨੁਸਾਰ ਕਥੀ ਮੈਂ ਗਾਥਾ, ਤੇ ਕਵੀ ਜੀ ਕਹਿੰਦੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਅਨੁਸਾਰ ਹੀ ਉਹਨਾਂ ਵਾਰਾਂ ਨੂੰ ਪੜ੍ਹ ਕੇ ਮੈਂ ਇਹ ਕਥਾ ਲਿਖੀ ਹੈ। ਦੇਖੀ ਸਾਖ ਸੁਨੋਹਿਤ ਸਾਥਾ, ਤੇ ਮੇਰੀ ਕਥਾ ਦੀ ਅਗਵਾਈ ਭਾਈ ਗੁਰਦਾਸ ਦੀਆਂ ਵਾਰਾਂ ਭਰ ਰਹੀਆਂ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਹਦੂਰੀ, ਧੰਨ ਸਾਹਿਬ ਸ੍ਰੀ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੀ ਹਜ਼ੂਰੀ ਵਿੱਚ ਰਹਿਣ ਵਾਲਾ ਇੱਕ ਸਿੱਖ ਹੈ। ਮੰਨੀ ਸਿੰਘ ਭਇਓ ਗਤਰੂਰੀ, ਤੇ ਜੋ ਭਾਈ ਮਣੀ ਸਿੰਘ ਹੋਏ ਨੇ, ਉਹ ਸਤਿਗੁਰਾਂ ਦੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੀ ਹਜ਼ੂਰੀ ਦੇ ਮਾਲਕ ਨੇ। ਜਿਹ ਸਿਰ ਲੋ ਸਿੱਖੀ ਨਿਰਬਾਹੀ, ਜਿਨ੍ਹਾਂ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਆਪਣੇ ਬੰਦ ਕਟਵਾ ਦਿੱਤੇ ਸਨ, ਜਿਨ੍ਹਾਂ ਨੇ ਪੂਰੀ ਸਿੱਖੀ ਨਿਭਾਈ ਹੈ, ਵਿੱਚ ਅਧੂਰਾਪਣ ਕਿਤੇ ਵੀ ਨਹੀਂ ਸੀ। ਜਿਸ ਭਾਈ ਮਣੀ ਸਿੰਘ ਨੇ ਪੂਰੀ ਸਿੱਖੀ ਨਿਭਾਈ ਹੈ, ਆਪਣਾ ਬੰਦ ਕਟਵਾਇਆ ਹੈ। ਤੇ ਅਨੁਸਾਰ ਕਥਾ ਮੈਂ ਪ੍ਰਾਹੀ, ਤੇ ਕਵੀ ਜੀ ਹੁਣੀ ਕਹਿੰਦੇ ਨੇ ਕਿ ਭਾਈ ਮਣੀ ਸਿੰਘ ਨੇ ਜਿਨ੍ਹਾਂ ਨੇ ਬੰਦ ਕਟਵਾ ਕੇ ਸਿੱਖੀ ਨਿਭਾਈ ਹੈ, ਉਹਨਾਂ ਨੇ ਵੀ ਇੱਕ ਗੁਰਬਿਲਾਸ ਗ੍ਰੰਥ ਲਿਖਿਆ ਹੈ, ਜਿਹਦੇ ਵਿੱਚ ਬੜੀ ਗੁਰੂ ਦੀ ਮਹਿਮਾ ਕੀਤੀ ਹੈ। ਉਸ ਗੁਰਬਿਲਾਸ ਗ੍ਰੰਥ ਨੂੰ ਪੜ੍ਹ ਕਰਕੇ ਕਹਿੰਦੇ ਮੈਂ ਇਹ ਕਥਾ ਲਿਖਣੀ ਕੀਤੀ ਹੈ, ਤੇ ਅਨੁਸਾਰ ਕਥਾ ਮੈਂ ਪ੍ਰਾਹੀ, ਉਹਨਾਂ ਦੇ ਅਨੁਸਾਰ ਹੀ ਇਹ ਸਾਰੀ ਕਥਾ ਹੈ। ਪ੍ਰਥਮੇ ਸੁਨੋ ਗ੍ਰੰਥ ਕੀ ਸਾਖੀ, ਤੇ ਇਸ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਦੀ ਅਗਵਾਈ, ਜਿਹੜੀ ਮੇਰੀ ਕਥਾ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਭਰ ਰਹੇ ਨੇ। ਹਿਰਦੇ ਮੈਂ ਸਰਦਾ ਦਿੜ ਰਾਖੀ, ਕਹਿੰਦੇ ਨੇ ਸੰਗਤ ਜੀ, ਜਿਹੜੀ ਇਹ ਗੁਰ ਅਰਦਾਸ ਦੀ ਕਥਾ ਹੈ ਨਾ, ਇਹਨੂੰ ਸੁਣਨ ਵਾਸਤੇ ਹਿਰਦੇ ਦੇ ਅੰਦਰ ਜਿਹੜੀ ਸ਼ਰਧਾ ਹੈ, ਭਾਵਨਾ ਹੈ, ਉਹ ਦ੍ਰਿੜ ਕਰਕੇ ਰੱਖੇ।
ਕਿਉਂਕਿ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਰਹਿਣ ਵਾਲੇ ਭਾਈ ਗੁਰਦਾਸ ਜੀ ਉਹਨਾਂ ਨੇ 12 ਲਿਖੀਆਂ ਨੇ। ਉਹਨਾਂ ਅਨੁਸਾਰ ਮੈਂ ਇਹ ਕਥਾ ਲਿਖੀ ਹੈ। ਭਾਈ ਮਣੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੀ ਹਜ਼ੂਰੀ ਵਿੱਚ ਰਹਿਣ ਵਾਲੇ ਗੁਰਸਿੱਖ ਨੇ, ਜਿਨ੍ਹਾਂ ਨੇ ਬੰਦ ਕਟਵਾਇਆ ਹੈ, ਉਹਨਾਂ ਦੇ ਪਾਵਨ ਗ੍ਰੰਥ ਗੁਰਬਿਲਾਸ ਦੇ ਅਨੁਸਾਰ ਮੈਂ ਇਹ ਕਥਾ ਲਿਖੀ ਹੈ। ਤੇ ਸਭ ਤੋਂ ਵੱਡੀ ਗੱਲ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਪੜ੍ਹ ਕਰਕੇ ਉਹਨਾਂ ਦੇ ਅੰਦਰ ਜੋ ਗੁਰੂ ਨਾਨਕ ਦੀਆਂ ਵਡਿਆਈਆਂ ਲਿਖੀਆਂ ਨੇ, ਉਹ ਵਡਿਆਈਆਂ ਦੀ ਰਚਨਾ ਮੈਂ ਆਪਣੀ ਕਥਾ ਅੰਦਰ ਕੀਤੀ ਹੈ। ਇਸ ਲਈ ਸੰਗਤ ਜੀ ਸ਼ੰਕਾ ਕਰਨਾ ਕਿਤੇ ਬਣਦਾ ਹੀ ਨਹੀਂ। ਜਿਹੜੀ ਕਥਾ ਭਾਈ ਗੁਰਦਾਸ, ਭਾਈ ਮਣੀ ਸਿੰਘ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅਨੁਸਾਰ ਲਿਖੀ ਹੋਵੇ, ਉਹਦੇ ਉੱਤੇ ਫਿਰ ਅਸੀਂ ਸ਼ੰਕਾ ਕਿਵੇਂ ਕਰੀਏ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਗੁਰੂ ਨਾਨਕ ਦੀ ਵਡਿਆਈ ਕਰਦੇ ਹੋਏ ਭਗਤ ਸਾਹਿਬਾਨ ਏਦਾਂ ਵਿਚਾਰਦੇ ਨੇ। ਆਪ ਨਾਰਾਇਣ ਕਲਾ ਧਾਰ, ਕਿ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਭੱਟ ਇਹ ਸਵਈਏ ਮਹੱਲੇ ਤੀਜੇ ਕੇ ਅੰਦਰ ਇਹ ਲਿਖਦੇ ਨੇ ਕਿ ਆਪ ਨਾਰਾਇਣ, ਆਪ ਹੈ ਜੋ ਨਾਰਾਇਣ। ਨਾਰਾਇਣ ਤੋਂ ਭਾਵ ਹੁੰਦਾ ਹੈ ਵਿਸ਼ੇ ਵਿਕਾਰ, ਕਾਮ, ਕ੍ਰੋਧ, ਲੋਭ, ਅਹੰਕਾਰ, ਜਿਸ ਦੇ ਵਿੱਚ ਨਹੀਂ ਹਨ। ਨਾਰਾਇਣ ਜੋ ਹਰ ਇੱਕ ਦੇ ਅੰਦਰ ਵਰਤਣ ਵਾਲਾ ਹੈ। ਆਪ ਨਾਰਾਇਣ ਕਲਾ ਧਾਰ, ਐਸਾ ਗੁਰੂ ਨਾਨਕ ਸ਼ਕਤੀਆਂ ਦਾ ਮਾਲਕ ਜਗ ਮਹਿ ਪਰਵਰਿਓ, ਜਗ ਦੇ ਵਿੱਚ ਸੰਸਾਰ ਦੇ ਵਿੱਚ ਪੈਦਾ ਹੋਇਆ ਹੈ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਤੇ ਜੋ ਵੀ ਸੰਸਾਰ ਦਾ ਆਕਾਰ ਹੈ, ਹੋਂਦ ਹੈ, ਸੀਮਾ ਹੈ, ਇਸ ਦੇ ਵਿੱਚ ਜੋਤ ਜਗ ਮੰਡਲ ਕਰਿਓ। ਗੁਰੂ ਨਾਨਕ ਦੀ ਐਸੀ ਜੋਤ ਜਗੀ, ਸਾਰੇ ਸੰਸਾਰ ਨੂੰ ਵਡਿਆਈਆਂ ਦਿੱਤੀਆਂ ਨੇ। ਸਾਰੇ ਸੰਸਾਰ ਨੂੰ ਗਿਆਨ ਰੂਪੀ ਰੋਸ਼ਨੀ ਦੇ ਕਰਕੇ ਉਹਨਾਂ ਨੇ ਰੋਸ਼ਨ ਕੀਤਾ ਹੈ। ਜਹ ਕਹਿ ਤਹ ਭਰਪੂਰ ਸ਼ਬਦ ਦੀਪਕ ਦੀਪਾਇਓ। ਜਿੱਥੇ ਕਿਤੇ ਵੀ ਸਤਿਗੁਰੂ ਨਾਨਕ ਦੇਵ ਜੀ ਹਨ, ਭਰਪੂਰ ਨੇ, ਸਰਬ ਕਲਾ ਸਮਰੱਥ ਨੇ, ਸ਼ਬਦ ਦੀਪਕ ਦੀਪਾਇਓ, ਐਸਾ ਸ਼ਬਦ ਦਾ ਦੀਵਾ ਜਗਾਇਆ, ਅਗਿਆਨਤਾ ਰੂਪੀ ਹਨੇਰਾ ਦੂਰ ਕੀਤਾ ਹੈ, ਤੇ ਐਸੀ ਗਿਆਨ ਰੂਪੀ ਦੀਵਾ ਜਗਾਇਆ ਹੈ ਕਿ ਹਰ ਇੱਕ ਤੱਕ ਉਹ ਰੋਸ਼ਨੀ ਪਹੁੰਚੀ ਹੈ। ਜਹ ਸਿੱਖੇ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ। ਤੇ ਜਿਹ ਸਿੱਖ ਹੈ, ਜਿਨ੍ਹਾਂ ਸਿੱਖਾਂ ਨੇ ਐਸੀ ਗੁਰਬਾਣੀ ਨੂੰ, ਐਸੇ ਇਤਿਹਾਸ ਨੂੰ ਗ੍ਰਹਿਣ ਕੀਤਾ ਹੈ ਨਾ, ਤਤ ਹਰ ਚਰਨ ਮਿਲਾਇਓ। ਮਹਾਰਾਜ ਜੀਆਂ ਨੇ ਉਹਨਾਂ ਨੂੰ ਆਪਣੇ ਚਰਨਾਂ ਦੇ ਨਾਲ, ਪਰਮੇਸ਼ਰ ਦੇ ਚਰਨਾਂ ਦੇ ਨਾਲ ਮਿਲਾ ਦਿੱਤਾ ਹੈ। ਨਾਨਕ ਕੋਲ ਨਿਮਲ ਅਵਤਰਿਓ ਅੰਗਦ ਲਹਿਨੇ ਸੰਗ ਹੋਆ। ਕਹਿੰਦੇ ਗੁਰੂ ਨਾਨਕ ਕੁਲ ਨਿਮਲ ਭਾਵ ਉਜਲ ਕੁਲ ਦੇ ਵਿੱਚ ਬੇਦੀਆਂ ਦੀ ਵੰਸ਼ ਅੰਦਰ ਅਵਤਰਿਓ। ਗੁਰੂ ਨਾਨਕ ਦਾ ਪ੍ਰਕਾਸ਼ ਹੋਇਆ ਹੈ। ਅੰਗਦ ਲਹਿਣੇ ਸੰਗ ਹੋ, ਤੇ ਗੁਰੂ ਨਾਨਕ ਦੀ ਸੰਗਤ ਕਰਨ ਵਾਲਾ ਭਾਈ ਲਹਿਣਾ ਗੁਰੂ ਨਾਨਕ ਦੇ ਨਾਲ ਰਹਿ ਕੇ ਗੁਰੂ ਬਣ ਗਿਆ ਹੈ, ਗੁਰੂ ਅੰਗਦ ਬਣ ਗਿਆ ਹੈ। ਜਿਹੜਾ ਕਿਤੇ ਭਾਈ ਲਹਿਣਾ ਸੀ, ਦੇਵੀਆਂ ਦੀ ਪੂਜਾ ਕਰਨ ਵਾਲਾ ਸੀ, ਤੇ ਇੱਕ ਦਿਨ ਗੁਰੂ ਨਾਨਕ ਦੇ ਘਰ ਦਰਸ਼ਨ ਕਰਨ ਆਇਆ ਹੈ। ਉਹ ਸਾਰੀਆਂ ਦੇਵੀਆਂ ਹੀ ਗੁਰੂ ਨਾਨਕ ਦੇ ਘਰ ਅੰਦਰ ਝਾੜੂ ਪੋਚਾ ਕਰ ਰਹੀਆਂ ਨੇ। ਆ ਕੇ ਪੁੱਛਿਆ ਇਹ ਦੇਵੀਆਂ ਨੂੰ ਕਿ ਮੈਂ ਤਾਂ ਤੁਹਾਡੀ ਪੂਜਾ ਕਰਦਾ ਹਾਂ, ਤਾਂ ਹੱਥੋਂ ਮੰਗਦਾ ਹਾਂ। ਤੇ ਦੇਵੀਆਂ ਨੇ ਹੱਥ ਜੋੜ ਕੇ ਕਹਿ ਦਿੱਤਾ ਕਿ ਅਸੀਂ ਵੀ ਜੋ ਵੀ ਤੁਸੀਂ ਸਾਥੋਂ ਮੰਗਦੇ ਹੋ ਨਾ, ਅਸੀਂ ਵੀ ਸਾਰਾ ਕੁਝ ਗੁਰੂ ਨਾਨਕ ਦੇ ਘਰ ਤੋਂ ਲਿਆ ਕਰਕੇ ਤੁਹਾਨੂੰ ਦਿੰਦੇ ਹਾਂ। ਐਸਾ ਗੁਰੂ ਨਾਨਕ ਦਾ ਘਰ ਹੈ। ਕਵੀ ਜੀ ਕਹਿੰਦੇ ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲਹਿਣੇ ਸੰਗ ਹੋ। ਸੰਗਤ ਕਰਨ ਵਾਲਾ ਭਾਈ ਲਹਿਣਾ ਗੁਰੂ ਨਾਨਕ ਦੀ ਸੰਗਤ ਕਰ ਕਰਕੇ ਗੁਰੂ ਬਣਿਆ ਹੈ, ਗੁਰੂ ਅੰਗਦ ਕਹਾਇਆ ਹੈ। ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸਰਨ ਸੋ। ਤੇ ਗੁਰੂ ਅੰਗਦ ਦੇਵ ਜੀ ਦੇ ਨਾਲ ਰਹਿਣ ਵਾਲਾ ਭਾਈ ਅਮਰਦਾਸ ਕਿਸੇ ਸਮੇਂ ਅਮਰੂ ਨਿਠਾਵਾ ਕਹਾਉਂਦਾ ਸੀ, ਤੇ ਐਸੀ ਸੰਗਤ ਮਾਣੀ ਗੁਰੂ ਦੀ। ਗੁਰ ਅਮਰਦਾਸ ਤਾਰਨ ਤਰਨ, ਤੇ ਗੁਰੂ ਅਮਰਦਾਸ ਕਹਾਇਆ ਹੈ। ਸੰਸਾਰ ਨੂੰ ਤਰਨ ਰੂਪੀ ਜਹਾਜ਼ ਬਣਿਆ ਹੈ। ਜਨਮ ਜਨਮ ਪਾਸ ਸਰਨ ਤੋਂ, ਤੇ ਜਨਮਾਂ ਜਨਮਾਂਤਰਾਂ ਤੋਂ ਐਸੇ ਗੁਰੂ ਦੇ ਚਰਨ ਨੇ ਜਿਹੜੇ ਸੰਸਾਰ ਨੂੰ ਤਾਰ ਰਹੇ ਨੇ, ਜਿਹੜੇ ਆਸਰਾ ਤੱਕਦੇ ਨੇ। ਸਵਈਏ ਮਹੱਲੇ ਤੀਜੇ ਕੇ, ਸਵਈਏ ਮਹੱਲੇ ਤੀਜੇ ਕੇ ਅੰਦਰ ਭੱਟ ਸਾਹਿਬਾਨ ਅੱਗੇ ਉਚਾਰਨ ਕਰਦੇ ਨੇ। ਸਤਜੁਗ ਤੇ ਮਾਨਿਓ ਛਲਿਓ ਬਲਵਾਨ ਭਾਇਓ। ਕਹਿੰਦੇ
ਸਤਿਯੁਗ ਦਾ ਸਮਾਂ ਸੀ। ਉਸ ਸਮੇਂ ਵਿੱਚ ਐਸੀ ਸ਼ਕਤੀ ਪ੍ਰਕਾਸ਼ ਹੋਈ ਹੈ ਜਿਹਨੇ ਬਲ ਰਾਜੇ ਨੂੰ ਛਲਿਆ ਹੈ। ਵਿਸ਼ਨੂੰ ਰੂਪ ਹੋਇਆ ਹੈ, ਬਾਬਾ ਨੇ ਬਲ ਰਾਜੇ ਨੂੰ ਛਲਿਆ ਹੈ ਤੇ ਸਤਿਯੁਗ ਦੇ ਅੰਦਰ ਵੀ ਐਸੀ ਪਰਮੇਸ਼ਰ ਦੀ ਸ਼ਕਤੀ ਵਰਤੀ ਹੈ। ਤ੍ਰੇਤਾ ਤੇ ਮਾਨਿਓ ਰਾਮ ਮੁਰਗ ਬੰਸ ਕਹਾਇਓ। ਤੇ ਸਤਿਯੁਗ ਤੋਂ ਬਾਅਦ ਤ੍ਰੇਤਾ ਯੁਗ ਆਇਆ ਹੈ। ਉਹਦੇ ਵਿੱਚ ਪਰਮੇਸ਼ਰ ਦੀ ਸ਼ਕਤੀ ਰਘੂਆਂ ਦੀ ਵੰਸ਼, ਰਘੂਆਂ ਦੇ ਕੁਲ ਦੀ ਸ਼੍ਰੀ ਰਾਮਚੰਦਰ ਜੀ ਕਹਾਏ ਨੇ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰ ਕੀਓ। ਤ੍ਰੇਤੇ ਤੋਂ ਬਾਅਦ ਕਵੀ ਜੀ ਕਹਿੰਦੇ ਦੁਆਪਰ ਯੁਗ ਆਇਆ ਹੈ। ਦੁਆਪਰ ਦੇ ਅੰਦਰ ਸ਼੍ਰੀ ਕ੍ਰਿਸ਼ਨ ਜੀ ਆਏ ਨੇ, ਜਿਨ੍ਹਾਂ ਨੇ ਆਪਣੇ ਮਾਮਾ ਕੰਸ ਨੂੰ ਕੇਸ਼ਾਂ ਤੋਂ ਪਕੜ ਕਰਕੇ ਗਿਰਾਇਆ ਹੈ, ਉਹਦੀ ਹੱਤਿਆ ਕੀਤੀ ਹੈ, ਉਸ ਨੂੰ ਜੰਗ ਵਿੱਚ ਹਰਾਇਆ ਹੈ। ਕਿਰਤਾਰਥ ਕੀਓ। ਐਸੇ ਸ਼੍ਰੀ ਕ੍ਰਿਸ਼ਨ ਜੀ ਭਗਵਾਨ ਹੋਏ ਨੇ ਜਿਨ੍ਹਾਂ ਨੇ ਆਪਣੇ ਮਾਮਾ ਜੀ ਨੂੰ ਮਾਰ ਕਰਕੇ ਅਗਲਾ ਰਾਜ ਉਗਰਸੈਨ ਕੋ ਰਾਜ ਤੇ ਉਗਰਸੈਨ ਨੂੰ ਰਾਜ ਦਿੱਤਾ ਹੈ। ਕੰਸ ਨੂੰ ਮਾਰ ਕਰਕੇ ਆਪੈ ਭਗਤ ਹੈ ਜਨ ਦੀਓ। ਤੇ ਜਿਹੜੇ ਆਪਣੇ ਭਗਤ ਸਨ, ਸ਼ਰਧਾਲੂ ਸਨ, ਉਹਨਾਂ ਨੂੰ ਭਗਵਾਨ ਕ੍ਰਿਸ਼ਨ ਜੀ ਨੇ ਅਭੈ ਕੀਤਾ ਹੈ, ਡਰ ਤੋਂ ਰਹਿਤ ਕੀਤਾ ਹੈ। ਕਲਯੁਗ ਪਰਮਾਨ ਨਾਨਕ ਗੁਰੂ ਅੰਗਦ ਅਮਰ ਕਹਾਇਓ। ਕਹਿੰਦੇ ਦੁਆਪਰ ਤੋਂ ਬਾਅਦ ਕਲਯੁਗ ਦਾ ਭਿਆਨਕ ਸਮਾਂ ਆਇਆ ਹੈ। ਐਸੇ ਭੈੜੇ ਸਮੇਂ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦਾ ਪ੍ਰਕਾਸ਼ ਹੋਇਆ ਹੈ ਤੇ ਗੁਰੂ ਨਾਨਕ ਦੀ ਐਸੀ ਸ਼ਕਤੀ ਵਰਤੀ ਹੈ। ਉਸ ਤੋਂ ਬਾਅਦ ਅੰਗਦ ਕਹਾਇਆ ਹੈ, ਅਮਰ ਕਹਾਇਆ ਹੈ, ਗੁਰੂ ਅੰਗਦ ਅਮਰ ਕਹਾਇਓ। ਫਿਰ ਗੁਰੂ ਨਾਨਕ ਦੇਵ ਜੀਆਂ ਤੋਂ ਬਾਅਦ ਕਲਯੁਗ ਦੇ ਸਮੇਂ ਦੇ ਅੰਦਰ ਕੋਈ ਗੁਰੂ ਅੰਗਦ ਦੇਵ ਜੀ ਕਹਾਇਆ ਹੈ ਤੇ ਗੁਰੂ ਅਮਰਦਾਸ ਜੀ ਕਹਾਇਆ ਹੈ। ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫਰਮਾਇਆ। ਤੇ ਕਵੀ ਜੀ ਕਹਿੰਦੇ ਆਦ ਤੋਂ ਲੈ ਕੇ ਅੰਤ ਤੱਕ ਗੁਰੂ ਨਾਨਕ ਦੇਵ ਜੀਆਂ ਦਾ ਰਾਜ ਕਲਯੁਗ ਦੇ ਵਿੱਚ ਰਹੇਗਾ। ਸ੍ਰੀ ਗੁਰੂ ਰਾਜ ਅਬ ਚਲ। ਸੰਸਾਰ ਦੇ ਵਿੱਚ ਬੜੇ ਪੀਰ ਪੈਗੰਬਰ ਆਏ ਨੇ ਤੇ ਆ ਕੇ ਚਲੇ ਗਏ ਨੇ, ਪਰ ਐਸਾ ਗੁਰੂ ਨਾਨਕ ਆਇਆ ਹੈ। ਗੁਰੂ ਨਾਨਕ ਦੇ ਵਿੱਚੋਂ ਐਸਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਇਆ ਹੈ। ਕਹਿੰਦੇ ਅਬ ਚਲ ਅਟਲ, ਸਦਾ ਹੀ ਅਟਲ ਰਹਿਣ ਵਾਲਾ, ਅਬ ਚਲ ਨਾ ਡੋਲਣ ਵਾਲਾ ਰਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਨੇ ਕੀਤਾ ਹੈ। ਸੰਸਾਰ ਦੇ ਹਰ ਇੱਕ ਕੋਨੇ ਦੇ ਅੰਦਰ ਮਹਾਰਾਜ ਵਿਰਾਜ ਰਹੇ ਨੇ, ਸਿੱਖ ਸੰਗਤਾਂ ਨੂੰ ਕਿਰਤਾਰਥ ਕਰ ਰਹੇ ਨੇ, ਸਮਝਾ ਰਹੇ ਨੇ, ਗਿਆਨ ਦੇ ਰਹੇ ਨੇ। ਸੰਸਾਰ ਦੇ ਉੱਪਰ ਸਮੇਂ-ਸਮੇਂ ਤੇ ਅਵਤਾਰ ਆਏ, ਆਪਣੀਆਂ ਉਮਰਾਂ ਨੂੰ ਭੋਗ ਕਰਕੇ ਚਲੇ ਗਏ, ਆਪਣੀ ਸੋਭਾ ਕਰਵਾ ਕਰਕੇ ਚਲੇ ਗਏ। ਪਰ ਐਸਾ ਗੁਰੂ ਨਾਨਕ ਆਇਆ ਹੈ ਜਦੋਂ ਦਾ ਕਲਯੁਗ ਦੇ ਸਮੇਂ ਵਿੱਚ ਧਰਤੀ ਤੇ ਆਇਆ ਹੈ ਤੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਅੰਦਰ ਧਰਤੀ ਦੇ ਉੱਪਰ ਬੈਠਾ ਹੈ। ਗੁਰੂ ਦੇ ਸਿੱਖਾ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਲੈਣਾ ਹੋਵੇ, ਤੇਰੇ ਮਨ ਦੇ ਅੰਦਰ ਇਹ ਭਾਵਨਾ ਹੋਵੇ ਕਿ ਤੈਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੇਵਲ ਨਹੀਂ ਦਸਾਂ ਪਾਤਸ਼ਾਹੀਆਂ ਦੇ ਦਰਸ਼ਨ ਹੋ ਰਹੇ ਨੇ। ਤੂੰ ਦਸਾਂ ਪਾਤਸ਼ਾਹੀਆਂ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਦੇ ਸਨਮੁਖ ਖੜ ਕੇ ਅਰਦਾਸ ਬੇਨਤੀਆਂ ਕਰਦਾ ਹੈ, ਉਹਦੇ ਸਨਮੁਖ ਹੋ ਕੇ ਵਾਅਦੇ ਕਰਦਾ ਹੈ, ਉਹਦੇ ਘਰ ਦੇ ਅੰਦਰ ਸੇਵਾ ਕਰਦਾ ਹੈ, ਉਹਦੇ ਘਰ ਦੇ ਅੰਦਰ ਸਿਮਰਨ ਕਰਦਾ ਹੈ ਤੇ ਹਰ ਰੋਜ਼ ਗੁਰੂ ਨੇ ਐਸੀ ਕਿਰਪਾ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਤੈਨੂੰ ਤੇਰੀਆਂ ਦਸਾਂ ਨਹੀਂ ਪਾਤਸ਼ਾਹੀਆਂ ਦੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਦਰਸ਼ਨ ਹੁੰਦੇ ਨੇ। ਐਸੇ ਵੱਡੇ ਭਾਗ ਨੇ, ਸਭ ਤੋਂ ਵੱਡੇ ਭਾਗ ਨੇ ਗੁਰੂ ਸਿੱਖਾਂ ਦੇ ਜਿਹੜੇ ਸਤਸੰਗਤ ਕਰਦੇ ਨੇ, ਅੰਮ੍ਰਿਤ ਵੇਲੇ ਆਪਣੇ ਚਰਨਾਂ ਤੋਂ ਪੈਰਾਂ ਤੋਂ ਕੰਮ ਲੈਂਦੇ ਨੇ, ਸੰਗਤ ਦੇ ਵੱਲ ਗੁਰੂ ਘਰ ਵੱਲ ਚੱਲ ਆ ਕਰਕੇ ਗੁਰੂ ਇਤਿਹਾਸ ਦੀ ਕਥਾ ਵਿਚਾਰ ਸੁਣਦੇ ਨੇ। ਕਵੀ ਜੀ ਕਹਿੰਦੇ ਐਸੀ ਮੇਰੀ ਕਥਾ ਹੈ ਜੋ ਭਾਈ ਗੁਰਦਾਸ, ਭਾਈ ਮਣੀ ਸਿੰਘ ਦੁਆਰਾ ਲਿਖੀ ਗਈ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਮੇਰੀ ਕਥਾ ਦੀ ਅਗਵਾਈ ਭਰ ਰਹੇ ਨੇ। ਤੇ ਜਿਹੜੀ ਅਗਵਾਈ ਜਿਹਦੀ ਗੁਰੂ ਗ੍ਰੰਥ ਸਾਹਿਬ ਜੀ ਭਰਦੇ ਨੇ ਉਹ ਭਲਾ ਝੂਠਾ ਕਿਵੇਂ ਹੋਵੇਗਾ, ਉਹਦੇ ਵਿੱਚ ਕਿੱਥੇ ਮਿਲਾਵਟ ਹੋ ਸਕਦੀ ਹੈ। ਜਿਹਦੀ ਬਾਂਹ ਗੁਰੂ ਗ੍ਰੰਥ ਸਾਹਿਬ ਜੀਆਂ ਨੇ ਫੜੀ ਹੋਵੇ, ਐਸੀ ਗੁਰ ਇਤਿਹਾਸ ਦੀ ਕਥਾ ਹੈ। ਇੱਥੋਂ ਤੱਕ ਅੱਜ ਦੀ ਕਥਾ ਵਿਚਾਰ ਆਈ ਹੈ। ਕੱਲ ਨੂੰ ਅੱਗੇ ਕਥਾ ਵਿਚਾਰ ਆਰੰਭ ਹੋਵੇਗੀ। ਕਵੀ ਜੀ ਅੱਗੇ ਕੀ ਦੱਸਣਗੇ, ਆਉਣ ਵਾਲੀ ਕਥਾ ਵਿਚਾਰ ਵਿੱਚ ਸਰਵਣ ਕਰਾਂਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਦਾ ਇਤਿਹਾਸ, ਗੁਰੂ ਦਾ ਸ਼ਬਦ ਜਾਣ ਕੇ ਆਪਣੇ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਬਰ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਨਾਲ ਜੁੜੀਏ, ਸਮਾਪਤੀ ਕਰੀਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਇਆ, ਸ਼ਬਦੋ ਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਕੱਲਾ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੀ। ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਡੇ ਸਾਹਿਬਾ ਕਿਆ ਨਾਹੀ ਕਰ ਤੇਰਾ ਘਾਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਬਿਟਾ ਹੋ ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਨੋ ਸੰਤ ਹੋ ਸਬਦ ਧਰਮ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਬੁੱਧ ਵਾਸ ਕੀਤੇ ਕਾਲ ਕੰਟਕ ਮਾਰਿਆ। ਕਰਮ ਪਾਇਆ ਤੁਧ ਜਿਨ ਪਹੁੰਚੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਅਨੰਦ ਸੁਨਹ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਸੇ ਪੂਰੇ ਗੁਰ ਤੇ ਜਾਣੀ। ਸੁਨਤੇ ਪੁਨੀਤ ਕਹਤੇ ਕਹਤੇ ਕਵਿਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਣੀ ਪਾਣੀ ਪਿਤਾ ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਈ ਜਾਇਆ ਖੇਲੇ ਸਗਲ ਜਗਤ। ਚੰਗਿਆਈਆ ਬੁਰਿਆਈਆ ਵਾਜੈ ਧਰਮ ਹਦੂਰ। ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਏ